बोले सोने हाल सास भी अकाल। देश विदेश के सारे ही दर्शकों का मैं हरप्रीत सिंह मखू तहे दिल तो स्वागत करता हाँ तुहाडे अपने पसंदीदा प्रोग्राम कुछ कौड़े सच विच। दर्शकों, जिवें तुहानूं पता है असी हर वार किसी ऐसी शख्सियत नूं तुहाडे रूबरू करते हैं जिन्हां ने समाज तो कुछ हट के कीता हुंदा या कुछ वखरता दे नाल करन दा एक प्रयास करते हैं। उन्हां दी जिंदगी के तजर्बे ते उन्हां दे रस्ते विच आईयां होईयां रुकावटां तुहाडे सामने रखते हैं ताकि साडे होर भी जिहड़े बच्चे ने जिहड़े मानसिक तौर पर अपाज हो चुके हैं वो इन्हां दे जीवन तो कुछ सेध लै सकन। अज मेरे नाल स्टूडियो दे विच एक ऐसी शख्सियत है जो जमांदरू बचपन के जन्म के दौरान आप कह लीए कि परमात्मा ने दो लत्तां नहीं दित्तियां पर परमात्मा ने बुद्धि दी है। वो विवेक बुद्धि दे करके एक लगन लैके चले कि ਜਿਹੜੀਆਂ ਜਿਹੜੀਆਂ रुकावटां मैनू मेरी जिंदगी दे विच आईयां ने आउण वाले इस तरह के अपाहज बच्चों की जिंदगी दे विच रुकावटां ना आउण। ते अज बच्चों नूं गुरमत संगीत की सिखलाई देंदे ने, तबले की सिखलाई देंदे ने, गुरमत के होर अनेकां ग्रंथ पढ़ाउंदे ने, गुरबाणी की संथਿਆ करवाउंदे ने। मेरे कहण तो मुराद भाई गुरमुख सिंह जी पटियाला। आओ तिन्हां दे कोलों जिंदगी के तजर्बे जानते हैं। पर सब तो पहला असीं स्टूडियो विच आउण ते उन्हां दा स्वागत करते हैं। वीर जी वाहिगुरू जी का खालसा वाहिगुरू जी की फतेह। सब तो पहले मैं तुहाडे कोलों ये जानकारी लैनी चाहुंदा वां ਜਿਹੜੀਆਂ ਇਹ ਤੁਹਾਡੀਆਂ ਲੱਤਾਂ ਦੀ प्रॉब्लम है ये बाद ਵਿੱਚ आई कोई हादसा वापरिया या जमांदरू ये प्रॉब्लम है? ਇਹ ਵੀਰ ਜੀ ਜਮਾਂਦਰੂ ਹੀ ਪ੍ਰੋਬਲਮ ਹੈ। अच्छा, ਹਾਂਜੀ कई बार ऐसा होंदा ना जिंदगी ਦੇ ਵਿੱਚ ਕੋਈ ਹਾਦਸਾ ਵਾਪਰ ਜਾਂਦਾ, ਲੱਤਾਂ ਬੰਦੇ ਦੀਆਂ ਚਲੀਆਂ ਜਾਂਦੀਆਂ ਨੇ, ਇਹ ਜਮਾਂਦਰੂ ਪ੍ਰੋਬਲਮ ਹੈ ਤੁਹਾਡੀ? ਹਾਂਜੀ ਇਹ ਜਮਾਂਦਰੂ ਪ੍ਰੋਬਲਮ ਹੈ ਜੀ। ਜੀ, ਜਦੋਂ ਜਮਾਂਦਰੂ ਪ੍ਰੋਬਲਮ ਸੀ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਤੁਰਨਾ ਰਿੜਨਾ ਜਾਂ ਕੁਝ ਕਿਸੇ ਵੀ ਪ੍ਰਕਾਰ ਸਿੱਖਿਆ ਹੋਵੇਗਾ, ਤੁਹਾਨੂੰ ਕੀ ਲੱਗਦਾ ਸੀ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਕੁਝ ਐਸੇ ਸੁਪਨੇ ਨੇ ਜਿਹੜੇ ਤੁਹਾਡੇ ਅਧੂਰੇ ਰਹਿ ਜਾਣਗੇ ਲੱਤਾਂ ਕਰਕੇ ਜਾਂ ਤੁਸੀਂ ਪੂਰੇ ਕਰ ਲਵੋਗੇ? ਸੁਪਨੇ ਤਾਂ ਮੈਂ ਆਪਣੇ ਪੂਰੇ ਕਰ ਲਵਾਂਗਾ। ਇਹ ਤਾਂ ਮੇਰੇ ਅੰਦਰ ਜਜ਼ਬਾ ਤੇ ਹੌਸਲਾ ਸੀ ਜੀ। ਤੇ ਪ੍ਰਮਾਤਮਾ ਪਰਮੇਸ਼ਰ ਨੇ ਵੀ ਬਹੁਤ ਸਾਥ ਦਿੱਤਾ, ਸਦਾ ਅੰਗ ਸੰਗ ਰਹੇ ਨੇ। ਇੱਕ ਜਜ਼ਬਾ ਐਸਾ ਸੀ ਉਹ ਮੈਨੂੰ ਸਕੂਲ ਦੀ ਪੜ੍ਹਾਈ ਕਰਾਉਂਦਾ ਰਿਹਾ ਜੀ। ਆਪਣੇ ਮੂੰਹ ਦੇ ਵਿੱਚ ਮੈਂ ਬਸਤਾ ਪਾ ਕੇ ਅੱਛਾ। ਆਪਣੇ ਸਕੂਲ ਦੇ ਵਿੱਚ ਰਿੜ ਕੇ ਜਾਂਦਾ ਹੁੰਦਾ ਸੀ ਜੀ। ਜਦੋਂ ਮੈਂ ਸਕੂਲ ਦੇ ਵਿੱਚ ਰਿੜ ਕੇ ਜਾਂਦਾ ਹੁੰਦਾ ਸੀ ਜੀ ਤੇ ਮੇਰੇ ਨਾਲ ਬੱਚੇ ਆਮ ਦੂਜੇ ਤੁਰਦੇ ਹੁੰਦੇ ਸੀ, ਮੈਂ ਲਿਫਾਫੇ ਬੰਨ੍ਹ ਲੈਂਦਾ ਸੀ ਆਪਣੀ ਲੱਤਾਂ ਦੇ ਉੱਤੇ ਤੇ ਇਵਨ ਮੇਰੇ ਲੱਤਾਂ ਦੇ ਵਿੱਚੋਂ ਖੂਨ ਵੀ ਆ ਜਾਂਦਾ ਹੁੰਦਾ ਸੀ। ਇਸ ਤਰ੍ਹਾਂ ਇਹ ਮੇਰਾ ਹੌਸਲਾ ਜਿਹੜਾ ਸੀ ਬਹੁਤ ਬੁਲੰਦ ਸੀ। ਮੈਂ ਆਪਣੇ ਹੌਸਲੇ ਦੇ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ। ਇਸ ਲਈ ਮੈਂ 10 ਜਮਾਤਾਂ ਜਿਹੜਾ ਸੀ ਪੜ੍ਹਿਆ। ਅੱਛਾ, ਇਸੇ ਤਰ੍ਹਾਂ ਤੁਸੀਂ ਮੂੰਹ ਦੇ ਵਿੱਚ ਬਸਤਾ ਪਾ ਕੇ ਜਾਂਦੇ ਹੁੰਦੇ ਸੀ? ਹਾਂਜੀ ਹਾਂਜੀ, ਜਿਹੜਾ ਮੈਂ ਬਸਤਾ ਆਪਣੇ ਮੂੰਹ ਵਿੱਚ ਪਾਉਂਦਾ ਸੀ ਜੀ ਤੇ ਆਪਣੇ ਸਕੂਲ ਤੇ ਜਾ ਕੇ ਜਦੋਂ ਡੈਸਕ ਦੇ ਉੱਤੇ ਬੈਠਦਾ ਸੀ ਉਸ ਤੋਂ ਬਾਅਦ ਜੋ ਛੁੱਟੀ ਹੁੰਦੀ ਸੀ ਜੀ ਮੈਂ ਆਪਣੇ ਸਕੂਲ ਦੇ ਗੇਟ ਦੇ ਬਾਹਰ ਕੇ ਖਲੋ ਜਾਂਦਾ ਸੀ ਜੀ। ਕਿਉਂਕਿ ਜਦੋਂ ਧੁੱਪ ਇੰਨੀ ਪੈਂਦੀ ਹੁੰਦੀ ਸੀ 3 ਵਜੇ ਛੁੱਟੀ ਹੋਣੀ ਤੇ ਮੈਂ 7 ਵਜੇ ਆਪਣੇ ਘਰੇ ਵੜਦਾ ਸੀ ਕਿਉਂਕਿ ਗਰਮੀ ਇੰਨੀ ਤਪਸ਼ ਸੀ ਕਿ ਮੇਰੇ ਪੈਰ ਜਿਹੜੇ ਸੀ ਲੂਸ ਜਾਂਦੇ ਸਨ। ਅੱਛਾ। ਪਰ ਹੌਸਲਾ ਇੰਨਾ ਸੀ ਜੀ। ਤੇ 7 ਵਜੇ ਕਿਉਂ ਵੀ ਇੰਤਜ਼ਾਰ ਕਰਦੇ ਰਹਿੰਦੇ ਸੀ ਮੌਸਮ ਠੰਡਾ ਕਦੋਂ ਹੋਏਗਾ? ਹਾਂਜੀ, ਕਿ ਮੌਸਮ ਠੰਡਾ ਹੋਵੇਗਾ ਕਿਉਂਕਿ ਜਿਹੜੇ ਘਰਾਂ ਦੀ ਛਾਂ ਜਿਹੜੀ ਪਿਘਲ ਕੇ ਜਿਹੜੀ ਆਮ ਆ ਜਾਂਦੀ ਹੈ ਸੜਕ ਦੇ ਉੱਤੇ ਉਹਨਾਂ ਉੱਤੇ ਤੁਰਦਾ ਸੀ ਜੀ ਮੈਂ। ਸ਼ਾਮ ਨੂੰ ਤਾਂ ਘਰ ਜਾਂਦਾ ਸੀ ਕਿ ਠੰਡਾ ਹੋ ਜਾਂਦਾ ਸੀ ਤੇ ਘਰ ਦੀ ਗਰੀਬੀ ਇੰਨੀ ਸੀ ਜੀ ਕਿ ਸਵੇਰੇ ਜਿਹੜੀ ਪ੍ਰਸ਼ਾਦਾ ਪਾਣੀ ਨਹੀਂ ਸੀ ਮਿਲਦਾ, ਭੁੱਖੇ ਪੇਟ ਮੈਨੂੰ ਪੜ੍ਹਾਈ ਕਰਨੀ ਪੈਂਦੀ ਸੀ। ਤੇ ਜਦੋਂ ਸ਼ਾਮ ਨੂੰ ਮੈਂ ਜਾਂਦਾ ਸੀ ਆਪਣੇ ਘਰ ਤੇ ਕੇਵਲ ਸ਼ਾਮ ਨੂੰ ਹੀ ਪ੍ਰਸ਼ਾਦਾ ਪਾਣੀ ਮਿਲਦਾ ਸੀ ਜੀ। ਉਦੋਂ ਸਕੂਲ ਦੇ ਵਿੱਚ ਉਹ ਖਾਣੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਜਿਵੇਂ ਅੱਜ ਕੱਲ੍ਹ ਨੇ? ਨਹੀਂ ਜੀ, ਉਸ ਟਾਈਮ ਸਕੂਲ ਦੇ ਵਿੱਚ ਨਾ ਤਾਂ ਖਾਣਾ ਪਾਣੀ ਦਾ ਪ੍ਰਬੰਧ ਹੁੰਦਾ ਸੀ ਤੇ ਨਾ ਹੀ ਪਹਿਲਾਂ ਇਹ ਪੋਲੀਓ ਦੀਆਂ ਦਵਾਈਆਂ ਦਾ ਇੰਨਾ ਖਾਸ ਪ੍ਰਬੰਧ ਹੁੰਦਾ ਸੀ ਜੀ, ਜਿਨ੍ਹਾਂ ਵਿੱਚ ਮੈਨੂੰ 1978 ਦੇ ਵਿੱਚ ਇਹ ਜ਼ਿਆਦਾ ਬਿਮਾਰੀ ਨੇ ਅਟੈਕ ਕੀਤਾ ਹੈ। ਉਸ ਟਾਈਮ ਦੇ ਹੀ ਨੌਜਵਾਨ ਜਿਹੜੇ ਵੀਰ ਨੇ ਹੈਂਡੀਕੈਪਡ ਨੇ। ਅੱਛਾ ਅੱਛਾ, ਉਸ ਸਮੇਂ ਦੇ ਜ਼ਿਆਦਾ ਨੇ? ਜ਼ਿਆਦਾਤਰ ਤੁਹਾਨੂੰ ਉਦੋਂ ਦੇ ਹੀ ਮਿਲਣਗੇ ਜੀ। ਹਾਂਜੀ ਹਾਂਜੀ। ਤੇ ਤੁਸੀਂ ਸਕੂਲ ਦੀ ਪੜ੍ਹਾਈ 10ਵੀਂ ਤੱਕ ਕੀਤੀ, ਅੱਜ ਤੁਸੀਂ ਬੱਚਿਆਂ ਨੂੰ ਸੰਗੀਤ ਦੀ ਵਿੱਦਿਆ ਦੇ ਰਹੇ ਹੋ। ਫਿਰ 10ਵੀਂ ਦੀ ਪੜ੍ਹਾਈ ਤੋਂ ਬਾਅਦ ਤੁਹਾਡਾ ਮਨ ਕਿਵੇਂ ਬਣਿਆ ਵੀ ਇਸ ਪਾਸੇ ਜਾਣਾ ਹੈ? ਤੁਸੀਂ ਇਸ ਲਾਈਨ ਨੂੰ ਕਿਉਂ ਚੁਣਿਆ? ਉਹ ਵੀਰ ਜੀ ਇਸ ਤਰ੍ਹਾਂ ਕਿ ਸਾਡੇ ਘਰ ਦੇ ਵਿੱਚ ਇੱਕ ਟੇਬਲ ਘੱਟ ਲੱਗਦੀ ਹੁੰਦੀ ਸੀ। ਭਾਈ ਤਰਲੋਚਨ ਸਿੰਘ ਜੀ ਆਪ ਜੀ ਨੇ ਸੁਣੇ ਹੋਣੇ ਨੇ, ਜਿਹੜੇ ਕਹਿੰਦੇ ਸੀ ਇੱਕੋ ਓੰਕਾਰ ਸਤਨਾਮ ਕਰਤਾ ਪੁਰਖ। ਹਾਂਜੀ। ਉਹਨਾਂ ਦੀ ਆਵਾਜ਼ ਮੈਂ ਸੁਣਦਾ ਹੁੰਦਾ ਸੀ ਤੇ ਮੇਰੀ ਆਵਾਜ਼ ਵੀ ਸੇਮ ਉਸ ਤਰ੍ਹਾਂ ਦੀ ਹੋ ਗਈ ਤੇ ਮੈਨੂੰ ਬਹੁਤ ਲਗਨ ਸੀ। ਮੈਂ ਆਪਣੇ ਘਰ ਦੇ ਭਾਂਡੇ ਵਜਾਉਂਦਾ ਹੁੰਦਾ ਸੀ ਤੇ ਦੁਨੀਆ ਮੈਨੂੰ ਕਹਿੰਦੀ ਸੀ ਕਿ ਇਹ ਬਾਬਾ ਜੀ ਬਣਨਗੇ, ਗ੍ਰੰਥੀ ਸਿੰਘ ਬਣਨਗੇ। ਅੱਛਾ। ਤੇ ਮੈਂ ਆਪਣੇ ਨਾਲ ਹੀ ਸਾਡੇ
ਸਕੂਲ ਦੇ ਗੁਰਦੁਆਰਾ ਸਾਹਿਬ ਸੀ। ਮੈਂ ਆਪਣੇ ਘਰ ਤੋਂ ਜਦੋਂ ਗੁਰਦੁਆਰੇ ਗਿਆ, ਰਿੜ ਕੇ ਗਿਆ ਤੇ ਮੇਰੀਆਂ ਲੱਤਾਂ ਜਿਹੜੀਆਂ ਸੀ ਉਹ ਕੱਟੇ ਨਾਲ ਭਰ ਗਈਆਂ, ਬਾਹਾਂ ਕੱਟੇ ਨਾਲ ਭਰ ਗਈਆਂ। ਮੈਂ ਆਪਣੇ ਭਾਈ ਜੀ ਨੂੰ ਆਖਿਆ ਕਿ ਬਾਬਾ ਜੀ ਮੈਂ ਨਿਤਨੇਮ ਕਰਨੀ ਆ। ਉਹ ਕਹਿੰਦੇ ਕਿ ਤੁਸੀਂ ਨਿਤਨੇਮ ਨਹੀਂ ਕਰ ਸਕਦੇ, ਤੁਹਾਡੇ ਤੇ ਹੱਥ ਪੈਰ ਧੋਣ ਵਾਲੇ ਨੇ। ਕਹਿੰਦੇ ਚਲੋ ਇਸ ਤਰ੍ਹਾਂ ਕਰੋ, ਤੁਸੀਂ ਥੱਲੇ ਬਹਿ ਕੇ ਕਰ ਲਓ। ਤੇ ਉਹਨਾਂ ਨੇ ਮੇਰੇ ਹੱਥ ਪੈਰ ਧਵਾਏ, ਧਵਾ ਕੇ ਮੇਰੇ ਅੱਗੇ ਮੈਕ ਰੱਖ ਦਿੱਤਾ। ਤੇ ਉਹਨਾਂ ਨੂੰ ਜਦੋਂ ਮੈਂ ਰਹਿਰਾਸ ਜੀ ਦਾ ਪਾਠ ਸੁਣਾਇਆ ਤੇ ਉਹ ਮੇਰੇ ਦੇ ਉੱਤੇ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਆਖਿਆ ਜੀ ਤੂੰ ਤੇ ਬਹੁਤ ਵੱਡਾ ਇੱਕ ਹੀਰਾ ਹੈ ਤੇ ਹੀਰੇ ਨੂੰ ਚਮਕਾਉਣ ਵਾਲਾ ਕੋਈ ਹੋਣਾ ਚਾਹੀਦਾ ਹੈ। ਉਹਨਾਂ ਨੇ ਫਿਰ ਮੈਨੂੰ ਇਹ ਜਿਹੜਾ ਉਪਰਾਲਾ ਅੰਗੀਠਾ ਸਾਹਿਬ ਪਹੁੰਚਾਉਣ ਦਾ ਉਹਨਾਂ ਨੇ ਕੀਤਾ ਸੀ। ਅੱਛਾ, ਗੁਰਦੁਆਰਾ ਅੰਗੀਠਾ ਸਾਹਿਬ ਕਿਹੜੀ ਜਗ੍ਹਾ ਭਲਾ? ਇੱਥੇ ਵੱਡੀ ਨਦੀ ਪਾਰ ਗੁਰਦੁਆਰਾ ਅੰਗੀਠਾ ਸਾਹਿਬ ਨੇ ਜੀ, ਪਟਿਆਲੇ ਜੀ? ਹਾਂਜੀ, ਜਿੱਥੋਂ ਮੈਂ ਵਿਦਿਆ ਪ੍ਰਾਪਤ ਕੀਤੀ। ਤੇ ਤੁਹਾਡਾ ਆਪਣਾ ਪਿੰਡ ਕਿਹੜਾ ਆ? ਮੇਰਾ ਪਿੰਡ ਕਰਤਾਰਪੁਰ ਆ ਜੀ, ਛਤਰਾਣੇ ਦੇ ਕੋਲ। ਤੇ ਉਹ ਗਰਮਤੀ ਸਿੰਘ ਇੱਕ ਜ਼ਰੀਆ ਬਣੇ? ਹਾਂਜੀ, ਗਰਮਤੀ ਸਿੰਘ ਤੁਹਾਨੂੰ ਇੱਥੇ ਲੈ ਕੇ ਆਏ? ਹਾਂਜੀ, ਉਹਨਾਂ ਦਾ ਬਹੁਤ ਪਰਉਪਕਾਰ ਮੇਰੇ ਉੱਤੇ ਜੀ। ਸਦਾ ਮੈਂ ਉਹਨਾਂ ਦਾ ঋਣੀ ਰਹਾਂਗਾ। ਜਿਵੇਂ ਤੁਸੀਂ ਇੱਕ ਛੋਟੀ ਜਿਹੀ ਗੱਲ ਕੀਤੀ ਹੈ ਕਿ ਮੇਰੀ ਆਵਾਜ਼ ਉਹ ਇਸ ਕਿਸਮ ਦੀ ਸੀ ਜਿਵੇਂ ਆਪਾਂ ਰੇਡੀਓ ਦੇ ਵਿੱਚ ਸੁਣਦੇ ਹੁੰਦੇ ਸਾਂ, ਤੇ ਦੇਸ਼ ਵਿਦੇਸ਼ ਦੇ ਦਰਸ਼ਕੋ ਜਦੋਂ ਆਪਾਂ ਵੀ ਬਹੁਤ ਛੋਟੇ ਹੁੰਦੇ ਸਾਂ ਤੇ ਰੇਡੀਓ ਦੇ ਵਿੱਚ ਕੁਝ ਐਸੀਆਂ ਆਵਾਜ਼ਾਂ ਸਨ ਜਿਹੜੀਆਂ ਅੱਜ ਵੀ ਸਾਡੇ ਕੰਨਾਂ ਦੇ ਵਿੱਚ ਗੂੰਜਦੀਆਂ ਨੇ। ਤੇ ਵੀਰ ਜੀ ਜਿਵੇਂ ਕਹਿੰਦੇ ਸੀ ਕਿ ਮੈਂ ਹੂ ਬਹੂ ਕਾਪੀ ਕਰ ਲੈਣਾ ਸਾਂ, ਤੇ ਅੱਜ ਆਪਾਂ ਕੋਸ਼ਿਸ਼ ਕਰਦੇ ਹਾਂ ਇਹਨਾਂ ਦੇ ਕੋਲੋਂ ਥੋੜਾ ਜਿਹਾ ਸੁਣਦੇ ਹਾਂ। ਵੀਰ ਜੀ ਭਾਵੇਂ ਮੂਲ ਮੰਤਰ ਹੀ ਉਸ ਆਵਾਜ਼ ਵਿੱਚ ਸਾਨੂੰ ਸੁਣਾ ਦਿਓ, ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਥੋੜਾ ਜਿਹਾ ਪਾਠ ਸੁਣਾਓ। ਰਹਿਰਾਸ ਸਾਹਿਬ, ਸ਼ਲੋਕ ਮੰਗਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਦੁਖ ਦਾਰੂ ਸੁਖ ਰੋਗ ਪਿਆ, ਜਾਂ ਸੁਖਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹੂੰ ਕਰੀ ਨਾ ਹੋਈ, ਬਿਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ, ਜਾਤ ਮੈਂ ਜੋਤ ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਾ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਵਾਹ ਜੀ ਵਾਹ ਵੀਰ ਜੀ, ਬਹੁਤ ਤੁਸੀਂ ਉਹ ਪੁਰਾਣੀ ਜਿਹੜੀ ਸੁਰ ਸਾਡੇ ਕੰਨਾਂ ਦੇ ਵਿੱਚ ਬੈਠੀ ਹੋਈ ਹੈ ਨਾ। ਦਰਸ਼ਕੋ ਆਪਾਂ ਛੋਟੇ ਛੋਟੇ ਹੁੰਦੇ ਸਾਂ ਤੇ ਘਰ ਦੇ ਵਿੱਚ ਰੇਡੀਓ ਜਿਹੜਾ ਸੀ ਨਾ ਉਹ ਕਈ ਵਾਰੀ ਮੰਜੇ ਦੇ ਪਾਵੇ ਦੇ ਨਾਲ ਟੰਗ ਦਿੱਤਾ ਜਾਂਦਾ ਹੁੰਦਾ ਸੀ। ਤੁਸੀਂ ਦੇਖਿਆ ਹੋਵੇਗਾ ਜਦੋਂ ਮੰਜੇ ਦੇ ਪਾਵੇ ਨਾਲ ਟੰਗ ਦੇਣਾ ਤੇ ਕਈ ਵਾਰੀ ਕਹਿਣਾ ਸਾਰੇ ਹੁਣ ਚੁੱਪ ਕਰ ਜਾਓ, ਹੁਣ ਬਾਬਾ ਜੀ ਪਾਠ ਕਰਨ ਲੱਗੇ ਨੇ, ਹੈਨਾ। ਤੇ ਜਦੋਂ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਸੀ ਤੇ ਕਈ ਵਾਰੀ ਤੁਸੀਂ ਦੇਖਦੇ ਹੁੰਦੇ ਜੋ ਛਾਂ ਦੀਆਂ ਆਵਾਜ਼ਾਂ, ਉਹਨੂੰ ਫਿਰ ਥੋੜਾ ਜਿਹਾ ਸੈੱਟ ਕਰਨਾ, ਥੋੜਾ ਜਿਹਾ ਮੰਜਾ ਹਿਲਾਉਣਾ, ਕਦੇ ਰੇਡੀਓ ਸੈੱਟ ਕਰਨਾ, ਉਹ ਆਪਣੇ ਕੰਨਾਂ ਦੇ ਵਿੱਚ ਆਵਾਜ਼ਾਂ ਕਿਤੇ ਨਾ ਕਿਤੇ ਅੱਜ ਵੀ ਬੈਠੀਆਂ ਹੋਈਆਂ ਨੇ। ਤੇ ਜਦੋਂ ਅਸੀਂ ਇਸ ਤਰ੍ਹਾਂ ਜਿਵੇਂ ਵੀਰ ਜੀ ਨੇ ਹੁਣ ਪਾਠ ਸੁਣਾਇਆ, ਉਹ ਸਾਰੀਆਂ ਗੱਲਾਂ ਸਾਡੀਆਂ ਤਾਜ਼ੀਆਂ ਹੋ ਜਾਂਦੀਆਂ ਨੇ। ਵੀਰ ਜੀ ਜਿਵੇਂ ਤੁਸੀਂ ਪਿੰਡ ਦੇ ਗਰਮਤੀ ਸਿੰਘ ਇੱਕ ਜ਼ਰੀਆ ਬਣਿਆ, ਤੁਸੀਂ ਇੱਥੇ ਆਏ, ਇੱਥੇ ਆ ਕੇ ਫਿਰ ਤੁਸੀਂ ਕਿਹੜੀ ਵਿੱਦਿਆ ਹਾਸਲ ਕੀਤੀ ਤੇ ਇੱਕ ਹੈਂਡੀਕੈਪਟ ਹੋਣ ਦੇ ਕਰਕੇ ਤੁਹਾਨੂੰ ਕਿਹੜੀ ਪ੍ਰੋਬਲਮ ਆਈ ਹੈ? ਪਹਿਲੀ ਵਿਦਿਆ ਮੈਂ ਲਈ ਹੈ ਜੀ ਪਾਠ ਦੀ ਸੰਥਿਆ ਜੀ, ਕੀਰਤਨ, ਕਥਾ ਤੇ ਤਬਲਾ ਜੀ। ਗੁਰਮਤਿ ਦੀ ਇਹ ਸਿੱਖਿਆ ਮੇਰੇ ਕੋਲ ਹੈ ਜੀ। ਤੇ ਇਲੈਕਟ੍ਰੀਸ਼ੀਅਨ ਦਾ ਮੈਂ ਸਾਰਾ ਕੰਮ ਕਰ ਲੈਣਾ। ਅੱਛਾ ਜੀ, ਉਹ ਵੀ ਕੰਮ ਨਾਲ ਸਿੱਖ ਲਿਆ? ਹਾਂਜੀ, ਮੋਟਰਾਂ ਬੰਨਣੀਆਂ, ਇਹ ਸਾਰਾ ਕੰਮ, ਕੂਲਰ ਮਧਾਣੀਆਂ, ਪੱਖੇ ਫਰਾਟੇ, ਆਟੋਮੈਟਿਕ ਪ੍ਰੈਸਾਂ, ਐਲਈਡੀਆਂ, ਇਹ ਮੈਂ ਇਲੈਕਟ੍ਰੀਸ਼ੀਅਨ ਦਾ ਸਾਰਾ ਕੰਮ ਕਰ ਲੈਣਾ ਆਪਣੇ ਹੱਥਾਂ ਦੇ ਨਾਲ। ਤੇ ਤਕਲੀਫਾਂ ਜਿਹੜੀਆਂ ਆਉਂਦੀਆਂ ਨੇ ਹੈਂਡੀਕੈਪਟ ਨੂੰ ਖਾਸ ਕਰਕੇ ਇਹ ਆਉਂਦੀਆਂ ਨੇ ਕਿ ਵੀਰ ਜੀ ਜਿਵੇਂ ਦੋ ਲੱਤਾਂ ਨਹੀਂ ਹੈਗੀਆਂ ਤੇ ਆਪ ਜੀ ਨੂੰ ਪਤਾ ਹੈ ਮੇਰੀ ਅਕੈਡਮੀ ਦੀਆਂ ਜਿਹੜੀਆਂ ਪੌੜੀਆਂ ਨੇ ਘੱਟੋ ਘੱਟ 15-20 ਪੌੜੀਆਂ ਨੇ, ਮੈਨੂੰ ਰਿੜ ਕੇ ਉੱਤੇ ਚੜ੍ਹਨਾ ਪੈਂਦਾ ਹੈ ਜੀ ਨਿਤਨੇਮ ਕਰਨ ਵਾਸਤੇ। ਸਵੇਰੇ ਉੱਠਣਾ, ਇਸ਼ਨਾਨ ਕਰਨਾ, ਆਦਿ ਇਹੋ ਜਿਹੀਆਂ ਸਮੱਸਿਆ ਹੈਂਡੀਕੈਪਟ ਨੂੰ ਆਮ, ਕਿਉਂਕਿ ਸਰੀਰ ਜਿਹੜਾ ਵਾ ਉਹ ਥਕਾਵਟ ਮੰਨਦਾ ਹੀ ਹੈ ਤੇ ਪ੍ਰੋਬਲਮ ਵੀ ਮੰਨਦਾ ਹੀ ਹੈ ਜੀ। ਤੇ ਇਸ ਲਈ ਮੈਨੂੰ ਇਹ ਦਿੱਕਤਾਂ ਆਉਂਦੀਆਂ ਨੇ, ਪਰ ਹਿੰਮਤ ਜਿਹੜੀ ਸੀ ਉਹ ਦਿੱਕਤਾਂ ਨੂੰ ਸਾਫ਼ ਕਰ ਦਿੰਦੀ ਹੈ ਜੀ। ਵੀ ਜਿਹੜਾ ਅੰਦਰ ਦਾ ਜਿਹੜਾ ਜਨੂਨ ਹੈ ਹਾਂਜੀ, ਉਹਦੇ ਸਾਹਮਣੇ ਮੁਸੀਬਤਾਂ ਛੋਟੀਆਂ ਪੈ ਜਾਂਦੀਆਂ ਨੇ ਜੀ। ਤੇ ਫਿਰ ਜਦੋਂ ਤੁਸੀਂ ਇਹ ਚੀਜ਼ਾਂ ਸਿੱਖੀਆਂ, ਜਿਵੇਂ ਅੱਜ ਤੁਸੀਂ ਇੱਕ ਅਕੈਡਮੀ ਚਲਾ ਰਹੇ ਹੋ, ਤੇ ਤੁਹਾਡੇ ਅੰਦਰ ਕਿਵੇਂ ਫੁਰਨਾ ਬਣਿਆ ਕਿ ਮੈਂ ਅਕੈਡਮੀ ਹੀ ਚਲਾਵਾਂਗਾ? ਤੁਸੀਂ ਇਹ ਕਿਉਂ ਨਹੀਂ ਮਨ ਬਣਾਇਆ ਵੀ ਮੈਂ ਕੀਰਤਨ ਕਰਾਂਗਾ, ਕਿਸੇ ਗੁਰਦੁਆਰੇ ਬੈਠ ਜਾਵਾਂਗਾ, ਕੋਈ ਭਾਈ ਬਣ ਜਾਵਾਂਗਾ, ਕੋਈ ਗੁਰਦੁਆਰਾ ਮੰਨ ਲਵਾਂਗਾ? ਤੁਹਾਡੇ ਮਨ ਦੇ ਵਿੱਚ ਇਹ ਖਿਆਲ ਕਿਉਂ ਆਇਆ ਵੀ ਮੈਂ ਇੱਕ ਅਕੈਡਮੀ ਬਣਾਵਾਂਗਾ, ਮੈਂ ਬੱਚਿਆਂ ਨੂੰ ਸਿਖਾਵਾਂਗਾ? ਇਹ ਬਹੁਤ ਵਧੀਆ ਸਵਾਲ ਪੁੱਛਿਆ ਵੀਰ ਜੀ ਤੁਸੀਂ। ਇਸ ਤਰ੍ਹਾਂ ਸੀ ਕਿ ਹੁਣ ਵੀ ਮੈਂ ਕਿਸੇ ਸੰਤਾਂ ਦੇ ਜਾ ਕੇ ਡੇਰੇ ਤੇ ਬੈਠ ਜਾਵਾਂ, ਸੰਧਿਆ ਕਰਾ ਦੇਵਾਂ ਤੇ ਮੈਨੂੰ ਪ੍ਰਸ਼ਾਦਾ ਪਾਣੀ ਤੇ ਬਹੁਤ ਕੁਝ ਮਿਲ ਸਕਦਾ ਜੀ। ਵੀਰ ਜੀ ਮੈਂ ਉਹ ਦੇਖਦਾ ਹੁੰਦਾ ਸੀ ਅਪਾਹਜ ਬੱਚਿਆਂ ਨੂੰ ਜਿਹੜੇ ਰਿੜਦੇ ਸਨ, ਜਿਹੜੇ ਬੇਸਹਾਰਾ ਬੱਚੇ ਸਨ, ਜਿਹੜੇ ਗਰੀਬ ਸਨ, ਉਹਨਾਂ ਬੱਚਿਆਂ ਨੂੰ ਮੈਂ ਦੇਖਦਾ ਸੀ ਕਿ ਮੈਂ ਇੰਨੀਆਂ ਮੁਸ਼ਕਲਾਂ 4-4 ਦਿਨ ਭੁੱਖਾ ਰਿਹਾ ਵਾਂ, ਸਕੂਲ ਦੀ ਪੜ੍ਹਾਈ ਇੰਨੀ ਮੁਸ਼ਕਿਲ ਕੀਤੀ ਆ, ਇੰਨੀਆਂ ਮੁਸ਼ਕਲਾਂ ਮੇਰੇ ਤੇ ਆਈਆਂ ਨੇ, ਮੈਂ ਆਪਣਾ ਜੀਵਨ ਬਣਾਇਆ ਹੈ। ਇਹ ਬੱਚੇ ਕਿਵੇਂ ਆਪਣਾ ਜੀਵਨ ਬਣਾਉਂਦੇ ਹੋਣਗੇ? ਇਵਨ ਕਿ ਮੈਂ ਤੁਹਾਨੂੰ ਇੱਥੋਂ ਤੱਕ ਦੱਸ ਦਿੰਦਾ ਕਿ ਕਈਆਂ ਦੇ ਘਰਾਂ ਦੇ ਵਿੱਚ ਵੀ ਉਹਨਾਂ ਦਾ ਇੰਨਾ ਵਧੀਆ ਪਾਲਣ ਪੋਸ਼ਣ ਨਹੀਂ ਹੁੰਦਾ ਹੈਂਡੀਕੈਪਟਾਂ ਦਾ, ਕਿਉਂਕਿ ਉਹਨਾਂ ਨੂੰ ਨਾ ਤਾਂ ਕੋਈ ਸਕੂਲ ਛੱਡ ਕੇ ਆਉਂਦਾ ਹੈ, ਮੈਨੂੰ ਵੀ ਕੋਈ ਸਕੂਲ ਛੱਡ ਕੇ ਨਹੀਂ ਸੀ ਆਉਂਦਾ ਤੇ ਨਾ ਹੀ ਕੋਈ ਲੈ ਕੇ ਆਉਂਦਾ ਸੀ। ਤੇ ਦੂਸਰੀ ਤੌਰ ਤੇ ਕਿ ਹੈਂਡੀਕੈਪਟ ਉਹਨਾਂ ਨੇ ਜਿਹੜੀ ਚੀਜ਼ ਮੰਗਣੀ ਆ ਉਹ ਬੋਲ ਕੇ ਹੀ ਮੰਗਣੀ ਆ,
ਤੇ ਬੰਦਾ 2 ਵਾਰਾਂ ਫੜਾ ਦੇਗਾ 3 ਵਾਰਾਂ ਫੜਾ ਦੋ ਤਾਂ ਖਿਚਕਚਾ ਜਾਂਦਾ ਹੈ। ਜੀ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ। ਤੇ ਉਸ ਤੋਂ ਬਾਅਦ ਇਹ ਮੈਂ ਆਖਿਆ ਵੀ ਇਹ ਜਿਹੜੇ ਬੱਚੇ ਕਿਵੇਂ ਆਪਣਾ ਜੀਵਨ ਬਤੀਤ ਕਰਦੇ ਹੋਣਗੇ। ਮੇਰੇ ਮਨ 'ਚ ਇਹ ਆਇਆ ਕਿ ਕਿਉਂ ਨਾ ਗਰੀਬ, ਬੇਸਹਾਰਾ, ਹੈਂਡੀਕੈਪਟ, ਜਿਹੜੇ ਬਲਾਈਂਡ ਨੇ, ਜਾਂ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਤੋਂ ਨਕਾਰੇ ਹੋ ਜਾਂਦੇ ਨੇ, ਉਹਨਾਂ ਨੂੰ ਕੋਈ ਪੁੱਛਦਾ ਨਹੀਂ ਮਾਤਾ ਪਿਤਾ ਨੂੰ, ਉਹਨਾਂ ਨੂੰ ਇੱਕ ਅਕੈਡਮੀ ਸਥਾਪਿਤ ਕੀਤੀ ਜਾਵੇ, ਉਹਨਾਂ ਨੂੰ ਉੱਥੇ ਰੱਖਿਆ ਜਾਵੇ। ਅਕੈਡਮੀ ਵਿੱਚ ਉਹਨਾਂ ਨੂੰ ਫਲ ਫਰੂਟ ਦਿੱਤਾ ਜਾਵੇ, ਰਹਿਣ ਲਈ ਮੰਜਾ ਬਿਸਤਰਾ ਵਧੀਆ ਦਿੱਤਾ ਜਾਵੇ। ਤੇ ਹੈਂਡੀਕੈਪਟ ਵੀਰਾਂ ਨੂੰ ਜਿਨ੍ਹਾਂ ਦੀਆਂ ਲੱਤਾਂ ਨਹੀਂ ਹੈਗੀਆਂ ਤੇ ਬਾਹਾਂ ਹੈਗੀਆਂ ਨੇ, ਉਹਨਾਂ ਨੂੰ ਮੋਟਰਾਂ ਦਾ ਕੰਮ ਸਿਖਾਇਆ ਜਾਵੇ, ਜਾਂ ਬਲਬ ਬਣਾਉਣੇ, ਜਾਂ ਮੋਮਬੱਤੀਆਂ ਬਣਾਉਣੀਆਂ, ਕਿ ਉਹ ਆਪਣਾ ਰੋਜ਼ਗਾਰ ਵੀ ਕਰਨ ਨਾਲ ਤੇ ਨਾਲ ਆਪਣਾ ਵੀ ਕਿਸੇ ਤੇ ਡਿਪੈਂਡ ਨਾ ਰਹਿਣ। ਹਾਂਜੀ ਜੀ। ਤੇ ਮੇਰੇ ਮਨ 'ਚ ਇਹ ਆਇਆ ਤੇ ਉਹ ਜਿਹੜੀ ਲਗਨ ਸੀ ਮੈਨੂੰ ਇੱਥੋਂ ਤੱਕ ਖਿੱਚ ਕੇ ਲੈ ਆਈ। ਤੇ ਮੇਰੇ ਮਨ 'ਚ ਬਹੁਤ ਸੀ ਕਿ ਮੈਂ ਇਹਨਾਂ ਹੈਂਡੀਕੈਪਟ ਵੀਰਾਂ ਵਾਸਤੇ ਕੁਝ ਨਾ ਕੁਝ ਅਕੈਡਮੀ ਖੋਲਾਂ ਜੀ। ਇਹ ਤੁਹਾਡੇ ਅੰਦਰ ਸੁਪਨਾ ਸੀ ਵੀ ਜੋ ਮੁਸੀਬਤਾਂ ਮੈਨੂੰ ਆਈਆਂ ਕਿਸੇ ਹੋਰ ਹੈਂਡੀਕੈਪਟ ਬੱਚੇ ਨੂੰ ਨਾ ਆਉਣ। ਹਾਂਜੀ ਅਸੀਂ ਮੰਨ ਲੈਂਦੇ ਹਾਂ, ਪਰ ਤੁਸੀਂ ਇਸ ਸੁਪਨੇ ਨੂੰ ਪੂਰੇ ਕਰਨ ਦੇ ਲਈ ਹੋਰ ਕੀ ਐਸਾ ਕੀਤਾ? ਤੁਹਾਡੇ ਕੋਲ ਪੈਸਾ ਕਿੱਥੋਂ ਆਇਆ ਅਕੈਡਮੀ ਵਾਸਤੇ? ਜਾਂ ਹੁਣ ਵਾਜਾ ਤਬਲਾ, ਅੱਜ ਤਬਲਾ ਲੈਣ ਜਾਣਾ ਪਏ ਤਾਂ ਵੀ ਖਰਚਾ ਬੜਾ ਆਉਂਦਾ ਹੈ, ਹਾਰਮੋਨੀਅਮ ਵਾਸਤੇ ਵੀ ਖਰਚਾ ਬਹੁਤ ਆਉਂਦਾ ਹੈ। ਤੁਹਾਡੇ ਕੋਲ ਪੈਸਾ ਕਿੱਥੋਂ ਆਇਆ? ਇੱਕ ਤਾਂ ਵੀਰ ਜੀ ਗੁਰੂ ਤੇ ਭਰੋਸਾ ਬਹੁਤ ਹੋਣਾ ਚਾਹੀਦਾ ਹੈ, ਪਰਮੇਸ਼ਰ ਤੇ ਬਾਣੀ ਜੀ। ਬਾਣੀ ਦੇ ਵਾਰ-ਵਾਰ ਪ੍ਰਮਾਣ ਹੈ। ਜੀ। ਤੇ ਦੂਸਰੀ ਗੱਲ ਜੀ, ਮੈਂ ਹਿੰਮਤ ਨਹੀਂ ਹਾਰੀ। ਮੈਂ 15-15 ਕਿਲੋਮੀਟਰ ਤੇ ਜਾ ਕੇ ਸਾਈਕਲ ਚਲਾਈ ਆ। ਈਵਨ ਕਿ ਉਹ ਲੋਕ ਮੈਨੂੰ 200 ਰੁਪਇਆ ਫੀਸ ਦਿੰਦੇ ਹੁੰਦੇ ਸੀ ਬੱਚੇ ਦੀ। ਮੈਂ ਉੱਥੇ ਜਾ ਕੇ ਵੀ ਉਹਨਾਂ ਨੂੰ ਗੁਰਮਤਿ ਦੀ ਸੰਗੀਤ ਦੀ ਸਿੱਖਿਆ ਦਿੱਤੀ ਹੈ। ਘਰੋਂ ਘਰ ਜਾ ਕੇ? ਘਰੋਂ ਘਰ ਜਾ ਕੇ ਜੀ, ਡਿਊਟੀਆਂ ਲਾਈਆਂ ਨੇ। ਜੋ ਮੇਰੇ ਕੋਲ ਕੰਮ ਆਇਆ, ਇਲੈਕਟ੍ਰੀਸ਼ੀਅਨ ਦਾ ਕੰਮ ਆਇਆ, ਮੋਟਰਾਂ ਬਣੀਆਂ ਘਰਾਂ 'ਚ ਜਾ ਕੇ ਮੈਂ ਜਾ ਕੇ ਕੂਲਰ ਆਪ ਫਿੱਟ ਕਰਕੇ ਆਉਂਦਾ ਰਿਹਾ। ਅੱਛਾ। ਹਾਂਜੀ, ਫੀਟਿੰਗਾਂ ਤੱਕ ਮੈਂ ਬੈਠ ਕੇ ਕਰਾਉਣੀਆਂ, ਉੱਤੇ ਦੱਸੀ ਜਾਣਾ ਸਾਰਿਆਂ ਨੂੰ। ਬੱਚੇ ਇਸ ਤਰ੍ਹਾਂ ਕਰਕੇ ਮੈਂ ਜੋ ਮਾਇਆ ਜਿਹੜੀ ਆਈ ਸੀ, ਈਵਨ ਕਿ ਮੈਂ ਕਦੀ ਬਾਜ਼ਾਰ 'ਚੋਂ ਫਲ ਫਰੂਟ ਲੈ ਕੇ ਵੀ ਨਹੀਂ ਖਾਦਾ, ਕਿ ਮੈਂ ਉਹ ਮਾਇਆ ਸਾਂਭ ਕੇ ਰੱਖਦਾ ਸੀ ਕਿ ਇਹ ਬੇਸਾਰਾ ਬੱਚਿਆਂ ਵਾਸਤੇ ਹੀ ਲੱਗੀ ਜਾਵੇ। ਤੇ ਇਹ ਮਾਇਆ ਮੈਂ ਇਸ ਤਰ੍ਹਾਂ ਸਹਿ ਸਹਿ ਨਾਲ ਦੀ ਨਾਲ ਉਹ ਖਰਚਾ ਪਾਣੀ ਉਹਦਾ ਚਲਾਉਂਦਾ ਰਿਹਾ, ਤੇ ਨਾਲੇ ਅਕੈਡਮੀ ਦਾ ਇਹ ਕੰਮ ਕਰਦਾ ਰਿਹਾ ਰਜਿਸਟਰ ਦਾ। ਤੇ ਫਿਰ ਅਕੈਡਮੀ ਦੀ ਜਗ੍ਹਾ ਖਰੀਦੀ ਕਿ ਕਿਸੇ ਨੇ ਦਾਨ ਵਜੋਂ ਦਿੱਤੀ, ਡੋਨੇਸ਼ਨ ਕੀਤੀ ਹੈ? ਹਾਂਜੀ ਵੀਰ ਜੀ, ਉਹ ਇਸ ਤਰ੍ਹਾਂ ਸੀ ਜੀ, ਕੋਈ ਸਬੱਬ ਬਣਿਆ ਬਸ ਇਸ ਤਰ੍ਹਾਂ ਹੀ ਜੀ, ਕਿ ਮੈਂ ਡਿਊਟੀ ਕਰਦਾ ਸੀ ਉਸ ਪਿੰਡ ਦੇ ਵਿੱਚ। ਲੋਕਾਂ ਨੇ ਦੇਖਿਆ ਕਿ ਬਾਬਾ ਗੁਰਮੁਖ ਸਿੰਘ ਜੀ ਦੀ ਆਵਾਜ਼ ਬਹੁਤ ਵਧੀਆ ਹੈ, ਕੀਰਤਨ ਬਹੁਤ ਵਧੀਆ ਕਰਦੇ ਨੇ, ਇਹਨਾਂ ਦਾ ਸੁਭਾਅ ਵਧੀਆ ਹੈ, ਭਲੇ ਦੇ ਕੰਮ ਕਰਦੇ ਨੇ। ਕਿਉਂਕਿ ਮੈਂ ਸਮੇਂ-ਸਮੇਂ ਸਿਰ ਹੈਂਡੀਕੈਪਟ ਵੀਰਾਂ ਨੂੰ ਕਈਆਂ ਨੂੰ ਸਾਈਕਲੀਆਂ ਵੀ ਦਿੱਤੀਆਂ ਨੇ। ਤੇ ਉਹਨਾਂ ਨੇ ਦੇਖਿਆ ਕਿ ਬਾਬਾ ਗੁਰਮੁਖ ਸਿੰਘ ਜੀ ਇਹ ਕੰਮ ਕਰ ਸਕਦੇ ਨੇ। ਮੈਂ ਉਹਨਾਂ ਕੋਲ ਗਿਆ ਤੇ ਉਹ ਕਹਿੰਦੇ ਬਾਬਾ ਜੀ ਤੁਸੀਂ ਕਿਵੇਂ? ਮੈਂ ਕਿਹਾ ਜੀ ਆਪਾਂ ਨੂੰ ਜਗ੍ਹਾ ਚਾਹੀਦੀ ਆ ਵੀ ਇਹ ਗੁਰਦੁਆਰਾ ਸਾਹਿਬ ਕਿਸ ਤਰ੍ਹਾਂ ਹੈ। ਉਹ ਕਹਿੰਦਾ ਇਹ ਬੀਬੀਆਂ ਚਲਾਉਂਦੀਆਂ ਨੇ ਤੇ ਬੀਬੀਆਂ ਕੋਈ ਗੁਰਦੁਆਰਾ ਸਾਹਿਬ ਚੱਲਦਾ ਨਹੀਂ ਹੈਗਾ, ਤੇ ਅਸੀਂ ਸੋਚਦੇ ਹਾਂ ਕਿ ਬਾਬਾ ਗੁਰਮੁਖ ਸਿੰਘ ਜੀ ਇਹ ਜਗ੍ਹਾ ਤੁਸੀਂ ਲਵੋ। ਤੇ ਉਹਨਾਂ ਸਾਰੀ ਸੰਗਤ ਨੇ ਖੁਸ਼ ਹੋ ਕੇ ਭਾਰਤ ਨਗਰ ਦੀ ਨੇ ਇਹ ਜਗ੍ਹਾ ਸੀ ਮੇਰੀ ਅਕੈਡਮੀ ਦੇ ਨਾਂ ਤੇ ਚੜਾ ਦਿੱਤੀ। ਮੈਂ ਅੱਛਾ। ਇਹ ਜਗ੍ਹਾ ਦੇ ਦਿੱਤੀ। ਤੇ ਇਥੋਂ ਦਾ ਪ੍ਰਬੰਧ ਸਾਰਾ ਤੁਹਾਡੇ ਕੋਲੇ ਆ? ਇਹਦਾ ਪ੍ਰਬੰਧ ਸਾਰੀ ਅਕੈਡਮੀ ਦਾ ਮੇਰੇ ਕੋਲ ਆ। ਵੀ ਜਿਹੜਾ ਸੁਪਨਾ ਸੀ ਉਹ ਕਿਤੇ ਨਾ ਕਿਤੇ ਐਸੀ ਵਿਧ ਬਣੀ, ਤੁਹਾਡਾ ਪੂਰਾ ਹੋ ਗਿਆ? ਮੇਰਾ ਪੂਰਾ ਹੋ ਗਿਆ ਜੀ। ਤੁਹਾਡਾ ਹੁਣ ਸੁਪਨਾ ਪੂਰਾ ਹੋਇਆ, ਹੁਣ ਤੁਸੀਂ ਕਿੰਨੇ ਕੁ ਖੁਸ਼ੀ ਮਹਿਸੂਸ ਕਰਦੇ ਹੋ? ਮੈਨੂੰ ਬਹੁਤ ਖੁਸ਼ੀ ਹੈ ਜੀ ਕਿ ਮੇਰੇ ਕੋਲ ਇੱਕ ਅਕੈਡਮੀ ਆ ਜੋ ਤੁਹਾਨੂੰ ਕੇਵਲ ਅਕੈਡਮੀ ਮਿਲਣ ਦੀ ਖੁਸ਼ੀ ਹੈ ਕਿ ਤੁਹਾਡਾ ਉਹ ਸੁਪਨਾ ਪੂਰਾ ਹੋ ਗਿਆ ਵੀ ਮੈਂ ਬੇਸਹਾਰਾ ਬੱਚਿਆਂ ਨੂੰ ਕੁਝ ਦਿਆਂਗਾ, ਇਸ ਕਰਕੇ ਖੁਸ਼ੀ ਜ਼ਿਆਦਾ ਹੋ ਰਹੀ ਹੈ? ਸਭ ਤੋਂ ਵੱਧ ਮੈਨੂੰ ਖੁਸ਼ੀ ਬੇਸਾਰਾ ਬੱਚਿਆਂ ਨੂੰ ਦੇਣ ਦੀ ਖੁਸ਼ੀ ਹੈ ਜੀ। ਓਕੇ। ਅਕੈਡਮੀ ਤੇ ਮੈਂ ਕਦੇ ਵੀ ਬਣਾ ਸਕਦਾ ਸੀ, ਠੀਕ ਹੈ। ਪਰ ਅਕੈਡਮੀ ਬਣਨ ਦੇ ਨਾਲ ਨਾਲ ਮੈਨੂੰ ਇਹ ਵੱਧ ਤੋਂ ਖੁਸ਼ੀ ਆ ਕਿ ਮੈਂ ਉਹਨਾਂ ਬੇਸਹਾਰਾ ਬੱਚਿਆਂ ਨੂੰ ਵਿਦਿਆ ਦੇ ਰਿਹਾ ਵਾਂ, ਗਰੀਬਾਂ ਬੱਚਿਆਂ ਨੂੰ ਵਿਦਿਆ ਦੇ ਰਿਹਾ ਵਾਂ, ਜਿਹੜੇ ਗਲੀਆਂ 'ਚ ਠੋਕਰਾਂ ਖਾਂਦੇ ਫਿਰਦੇ ਨੇ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ, ਤੇ ਜਿਹੜੇ ਹੈਂਡੀਕੈਪਟ ਵੀਰ ਵਿਚਾਰੇ ਸਾਈਕਲੀਆਂ ਤੇ ਮੰਗਦੇ ਫਿਰਦੇ ਨੇ, ਉਹਨਾਂ ਨੂੰ ਵਿਦਿਆ ਦੇਈਦੀ ਆ ਕਿ ਆਪਣੀ ਬਲਬੂਤੇ ਤੇ ਸਾਰਾ ਕੁਝ ਕਰੋ, ਹਿੰਮਤ ਰੱਖੋ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਬੇਸਹਾਰਾ ਤੇ ਹੈਂਡੀਕੈਪਟ ਬੱਚਾ ਜਿਹਨੂੰ ਗੁਰਮਤਿ ਦੀ ਤੁਸੀਂ ਵਿਦਿਆ ਦੇ ਦਿੱਤੀ, ਜਾਂ ਸੰਗੀਤ ਦੀ ਦੇ ਦਿੱਤੀ, ਜਾਂ ਤਬਲੇ ਦੀ ਦੇ ਦਿੱਤੀ, ਜਾਂ ਗੁਰਬਾਣੀ ਦੀ ਸੰਥਿਆ ਕਰਾ ਦਿੱਤੀ, ਰੌਲ ਲਾਉਣ ਯੋਗ ਹੋ ਗਿਆ, ਜਾਂ ਮੋਟਰ ਬਣਨ ਯੋਗ ਹੋ ਗਿਆ, ਤੁਹਾਨੂੰ ਕੀ ਲੱਗਦਾ ਕਿ ਉਹ ਬੱਚਾ ਕਦੀ ਅੱਗੇ ਹੋ ਕੇ ਮੰਗੇਗਾ ਨਹੀਂ? ਅਸੀਂ ਜਜ਼ਬਾ ਹੀ ਐਸਾ ਪੈਦਾ ਕਰ ਦਿੰਦੇ ਆ ਜੀ ਬੱਚੇ ਦੇ ਅੰਦਰ। ਉਹ ਨਾਲ ਦੇ ਨਾਲ ਉਹਨਾਂ ਨੂੰ ਵਿਚਾਰ ਦੱਸੀਦੇ ਨੇ, ਆਪਣੀ ਕਹਾਣੀ ਹੱਡਬੀਤੀ ਦੱਸੀਦੀ ਹੈ ਜੀ। ਤੇ ਜਦੋਂ ਗੁਣ ਆ ਜਾਂਦਾ ਹੈ ਤੇ ਐਕਚੁਅਲੀ ਉਹ ਨਹੀਂ ਮੰਗੇਗਾ ਜੀ, ਕਿਉਂਕਿ ਬੱਚੇ ਨੂੰ ਉਸ ਭੱਠੀ ਦੇ ਵਿੱਚੋਂ ਢਾਲ ਦਿੱਤਾ ਜਾਂਦਾ ਹੈ ਜਿਹੜੀ ਉਹਨੂੰ ਲੋੜ ਹੁੰਦੀ ਹੈ ਸਮੇਂ ਦੀ। ਜਿਵੇਂ ਤੁਸੀਂ ਦੱਸਿਆ ਕਿ ਮੈਂ ਬੇਸਹਾਰਾ ਬੱਚਿਆਂ ਵਾਸਤੇ, ਹੈਂਡੀਕੈਪਟ ਬੱਚਿਆਂ ਵਾਸਤੇ ਇਹ ਅਕੈਡਮੀ ਸਥਾਪਿਤ ਕੀਤੀ ਹੈ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਹੁਣ ਤੁਸੀਂ ਜਿਹੜੇ ਬੱਚੇ ਤੁਹਾਡੇ ਕੋਲ ਆਉਂਦੇ ਨੇ ਉਹ ਹੈਂਡੀਕੈਪਟ ਬੱਚੇ ਹੀ ਆਉਂਦੇ ਨੇ, ਅਪਾਹਜ ਬੱਚੇ ਆਉਂਦੇ ਕਿ ਦੂਜੇ ਬੱਚੇ ਨੂੰ ਵੀ ਸਿਖਾਉਂਦੇ ਹੋ? ਨਹੀਂ ਜੀ, ਅਸੀਂ ਹਰ ਇੱਕ ਬੱਚੇ ਨੂੰ ਸਿਖਾਉਂਦੇ ਆ। ਮੇਰੇ ਤੋਂ ਹੈਂਡੀਕੈਪਟ ਬੱਚੇ ਵੀ ਆਉਂਦੇ ਨੇ, ਗਰੀਬ ਬੱਚੇ ਵੀ ਆਉਂਦੇ ਨੇ, ਤੇ ਬੇਸਹਾਰਾ ਵੀ ਆਉਂਦੇ ਜਿਹਨਾਂ ਮਾਂ ਤੇ ਪਿਓ ਨਹੀਂ ਹੁੰਦਾ, ਜਾਂ ਇਕੱਲੀ ਮਾਂ ਹੁੰਦੀ ਆ, ਜਾਂ ਇਕੱਲਾ ਪਿਓ ਹੁੰਦਾ ਹੈ। ਉਹ ਬੱਚੇ ਜਿਹੜੇ ਨੇ ਉਹਨਾਂ ਨੂੰ ਦੁਕਾਨਾਂ ਤੇ ਕੰਮ ਕਰਨਾ ਪੈ ਜਾਂਦਾ ਹੈ। ਉਹਨਾਂ ਬੱਚਿਆਂ ਨੂੰ ਫਿਰ ਅਸੀਂ ਪਿੰਡਾਂ ਦੇ ਵਿੱਚੋਂ ਲਿਜਾ ਆਪਣੀ ਅਕੈਡਮੀ ਵਿੱਚ ਲਿਆਉਂਦੇ ਆ ਤੇ ਉਹਨਾਂ ਨੂੰ ਗੁਰਮਤਿ ਦੀ ਵਿਦਿਆ ਦਿੰਦੇ ਆ। ਅਸੀਂ ਹਰ ਇੱਕ ਧਰਮ ਦਾ ਬੱਚਾ ਤੇ ਹਰ ਇੱਕ ਬੱਚੇ ਨੂੰ ਅਸੀਂ ਉੱਥੇ ਗੁਰਮਤਿ ਵਿਦਿਆ ਦਿੰਦੇ ਆ। ਜਿਵੇਂ ਤੁਸੀਂ ਦੱਸਿਆ ਵੀ ਹਰ ਧਰਮ ਦਾ ਬੱਚਾ, ਜੇ ਕੋਈ ਹਿੰਦੂ ਬੱਚਾ
ਤੁਹਾਡੇ ਕੋਲ ਆ ਜਾਂਦਾ ਹੈ, ਉਹਦੇ ਤੇ ਤੁਸੀਂ ਕੀ ਕੀ ਸ਼ਰਤਾਂ ਲਾਗੂ ਕਰਦੇ ਹੋ? ਅਸੀਂ ਜ਼ਰੂਰ ਤੁਹਾਡੇ ਕੋਲ ਜਾਣਾਂਗੇ, ਪਰ ਦਰਸ਼ਕੋ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਮਿਲਦੇ ਆ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਕੁਝ ਕੌੜੇ ਸੱਚ ਵਿੱਚ। ਵੀਰ ਜੀ, ਆਪਾਂ ਗੱਲ ਕਰਦੇ ਸਾਂ, ਜਿਵੇਂ ਤੁਸੀਂ ਦੱਸਿਆ ਵੀ ਭਾਵੇਂ ਕੋਈ ਹਿੰਦੂ ਬੱਚਾ ਹੋਵੇ, ਕਿਸੇ ਵੀ ਧਰਮ ਦਾ ਬੱਚਾ ਹੋਵੇ, ਅਸੀਂ ਉਹਨੂੰ ਸਿਖਾਉਂਦੇ ਹਾਂ। ਜੇ ਕੋਈ ਹਿੰਦੂ ਬੱਚਾ ਆ ਜਾਂਦਾ ਤਾਂ ਉਹਦੇ ਪ੍ਰਤੀ ਕੋਈ ਆਪਣੀ ਸ਼ਰਤ ਹੁੰਦੀ ਹੈ, ਜੇ ਕੋਈ ਮੁਸਲਮਾਨ ਬੱਚਾ ਆ ਜਾਂਦਾ ਉਹਦੇ ਪ੍ਰਤੀ ਕੋਈ ਸ਼ਰਤ ਹੈ ਕਿ ਬਿਨਾਂ ਭੇਦਭਾਵ ਦੇ ਅਸੀਂ ਉਹ ਐਜੂਕੇਸ਼ਨ, ਉਹ ਵਿੱਦਿਆ ਦਿੰਦੇ ਹਾਂ? ਹਾਂਜੀ ਵੀਰ ਜੀ, ਇਹ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ। ਸਾਡੇ ਤੋਂ ਹੁਣ ਵੀ ਬੱਚੇ ਜਿਹੜੇ ਨੇ ਨਾ 6ਵੀਂ ਤੋਂ ਲੈ ਕੇ 11ਵੀਂ ਤੱਕ ਮੈਥ, ਇੰਗਲਿਸ਼ ਤੇ ਸਾਇੰਸ ਪੜ੍ਹਦੇ ਨੇ ਜੀ, ਜਿਹਦੇ ਵਿੱਚ ਮੁਸਲਮਾਨ ਵੀ ਬੱਚੇ ਨੇ, ਹਿੰਦੂ ਵੀ ਬੱਚੇ ਨੇ ਤੇ ਸਿੱਖ ਵੀ ਬੱਚੇ ਨੇ। ਸਾਡਾ ਉਹਨਾਂ ਉੱਤੇ ਕੋਈ ਲਾਗੂ ਨਹੀਂ ਹੈ ਸ਼ਰਤ ਸਾਡੀ ਜੀ। ਅਸੀਂ ਸਾਰਿਆਂ ਨੂੰ ਜੀ ਆਇਆ ਆਖਦੇ ਹਾਂ। ਵੀ ਕਹਿਣ ਤੋਂ ਭਾਵ ਕਿ ਹਿੰਦੂ ਬਣੋ, ਸਿੱਖ ਬਣੋ, ਮੁਸਲਮਾਨ ਬਣੋ, ਇਹ ਬਾਤ ਦੀ ਗੱਲ ਹੈ, ਇੱਕ ਵਾਰੀ ਵਧੀਆ ਇਨਸਾਨ ਬਣੋ। ਇਨਸਾਨੀਅਤ ਦਾ ਹਾਂਜੀ ਹਾਂ, ਜਿਹੜਾ ਬੰਦਾ ਇੱਕ ਵਧੀਆ ਇਨਸਾਨ ਬਣ ਗਿਆ। ਮੈਨੂੰ ਦਰਸ਼ਕੋ, ਜੇ ਦੇਖਿਆ ਜਾਵੇ, ਆਪਾਂ ਅਕਸਰ ਕਹਿ ਦਿੰਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਸਿੱਖ ਬਣਾਏ, ਪਰ ਮੇਰਾ ਮੰਨਣਾ ਇਹ ਹੈ ਵੀ ਗੁਰੂ ਸਾਹਿਬ ਜੀ ਨੇ ਇੱਕ ਵਧੀਆ ਇਨਸਾਨ ਬਣਾਏ ਨੇ, ਜਿਨ੍ਹਾਂ ਦੇ ਅੰਦਰ ਮਾਨਵਤਾ ਦਾ ਭਲਾ ਹੈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ ਵਾਲੀ ਸੋਚ ਕੰਮ ਕਰਦੀ ਹੈ। ਵੀਰ ਜੀ, ਬੜਾ ਸੋਹਣੇ ਢੰਗ ਦੇ ਵਿੱਚ ਤੁਸੀਂ ਜਵਾਬ ਦਿੱਤਾ ਵੀ ਹਿੰਦੂ ਮੁਸਲਮਾਨ ਸਾਰੇ ਬੱਚੇ ਜਿਹੜੇ ਨੇ ਤੁਸੀਂ ਇਹਨਾਂ ਨੂੰ ਸਿਖਾਉਂਦੇ ਹੋ। ਮੈਂ ਤੁਹਾਡੇ ਕੋਲ ਇੱਕ ਸਵਾਲ ਕਰਨਾ ਚਾਹੁੰਦਾ ਵਾਂ, ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਵਾਂ ਕਿ ਅਕੈਡਮੀਜ਼ ਹੋਰ ਵੀ ਬੜੀਆਂ ਚੱਲਦੀਆਂ ਨੇ, ਇਹ ਬੇਸਹਾਰਾ ਬੱਚਿਆਂ ਨੂੰ ਸਿਖਾਉਂਦੇ ਆ ਜੀ, ਅਸੀਂ ਪੈਸਾ ਦੇ ਦਿਓ ਜੀ, ਇਹ ਅਨਾਥ ਆਸ਼ਰਮ ਹੈ ਜੀ, ਇਹ ਤੇ ਸਾਡੇ ਕੋਲ ਹੈਂਡੀਕੈਪਟ ਬੱਚੇ ਨੇ, ਉਹ ਤੁਹਾਡੇ ਮੁਤਾਬਕ ਕੀ ਕੰਮ ਕਰਦੇ ਪਏ ਆ? ਮੁਖੋ ਵੀਰ ਜੀ, ਇਹ ਸਭ ਝੂਠ ਆ। ਅੱਛਾ। ਹਾਂਜੀ, ਇਹ ਲੋਕ ਮਨ ਘੜਤ ਵੀਡੀਓ ਬਣਾ ਕੇ ਬਾਹਰ ਲੈ ਜਾਂਦੇ ਨੇ NRI ਵੀਰਾਂ ਕੋਲ। ਬਾਹਰੋਂ ਜਿਹੜਾ ਪੈਸਾ ਆਉਂਦਾ ਉਹਦਾ ਗਲਤ ਉਹ ਕਰਦੇ ਨੇ, ਵਰਤੋਂ ਕਰਦੇ ਨੇ ਜੀ। ਤੁਸੀਂ ਹਜ਼ਾਰਾਂ ਅਕੈਡਮੀਆਂ ਦੇ ਵਿੱਚੋਂ ਚਲ ਜਾਓ, ਤੁਹਾਨੂੰ ਕਿਤੇ ਬੇਸਹਾਰਾ ਬੱਚਾ ਨਹੀਂ ਮਿਲੇਗਾ ਤੇ ਗਰੀਬ ਬੱਚਾ ਨਹੀਂ ਮਿਲੇਗਾ, ਵੱਡੇ ਵੱਡੇ ਘਰਾਂ ਦੇ ਬੱਚੇ ਮਿਲਣਗੇ। ਔਰ ਮੇਰੀ ਅਕੈਡਮੀ ਦੇ ਵਿੱਚ ਤੁਸੀਂ ਜਾ ਕੇ ਦੇਖੋ, ਮੈਂ ਉਹਨਾਂ ਬੱਚਿਆਂ ਨੂੰ ਚੱਕ ਕੇ ਲੈ ਕੇ ਆਇਆ ਵਾਂ ਜਿਨ੍ਹਾਂ ਨੂੰ ਵਕਤ ਦੀ ਮਾਰ ਵੀ ਪਈ ਆ ਅਤੇ ਆਪਣੇ ਮਾਪਿਓ ਦੀ ਗਰੀਬੀ ਦੀ ਮਾਰ ਵੀ ਬਹੁਤ ਜ਼ਿਆਦਾ ਪਈ ਹੋਈ ਆ। ਇਹਨਾਂ ਨੂੰ ਪੈਸਾ ਜ਼ਰੂਰ ਆਉਂਦਾ ਹੈ, ਇਹ ਵਰਤੋਂ ਹੀ ਕਰਦੇ ਉਹਦੀ। ਜਿਹੜਾ ਹੁਣ ਪੈਸਾ, ਜਿਵੇਂ ਤੁਸੀਂ ਦੱਸਿਆ ਵੀ ਗਲਤ ਵੀਡੀਓ ਬਣਾਉਂਦੇ ਨੇ, ਇਹ ਬਾਹਰ ਲੈ ਕੇ ਜਾਂਦੇ ਨੇ, ਲੋਕ ਇਹਨਾਂ ਨੂੰ ਰੁਪਈਆ ਦਿੰਦੇ ਨੇ। ਵੈਸੇ ਹੁਣ ਬਾਹਰਲੇ ਲੋਕ ਵੀ ਬੜੇ ਜਾਗਰੂਕ ਹੋ ਗਏ ਨੇ, ਬੜੇ ਸਿਆਣੇ ਹੋ ਗਏ ਨੇ, ਏਡੀ ਛੇਤੀ ਪੈਸਾ ਨਹੀਂ ਕੱਢਦੇ। ਤੇ ਇਹ ਫਿਰ ਪੈਸਾ ਆਉਂਦਾ ਕਿੱਧਰ ਹੈ? ਇਹ ਕਿੱਧਰ ਚਲਾ ਜਾਂਦਾ ਪੈਸਾ? ਇਹ ਤੁਸੀਂ ਦੇਖ ਲਓ ਵੀਰ ਜੀ, ਤੁਸੀਂ ਇੱਕ ਸ਼ੇਰ ਪੜ੍ਹਿਆ ਸੀ ਕਿ ਉਹ ਇਨਸਾਨ ਆਪ ਬੇਸਹਾਰਾ ਬੱਚਿਆਂ ਵਾਸਤੇ ਅਕੈਡਮੀ ਚਾਹੁੰਦਾ, ਦਿਨੋਂ ਦਿਨ ਅਮੀਰ ਕਿਵੇਂ ਬਣ ਜਾਂਦਾ ਹੈ, ਆਪ ਕਿਵੇਂ ਅਮੀਰ ਬਣ ਜਾਂਦਾ ਹੈ। ਵੱਡੀ ਵਧੀਆ ਗੱਡੀਆਂ ਲੈ ਲਈਆਂ, ਚੋਲੇ ਪਾ ਲਏ ਇਹਨਾਂ ਲੋਕਾਂ ਨੇ, ਜ਼ਮੀਨਾਂ ਖਰੀਦ ਲਈਆਂ, ਇਨਸਾਨੀਅਤ ਭੁੱਖੀ ਮਰ ਰਹੀ ਹੈ। ਉਹਨਾਂ ਬੱਚਿਆਂ ਨੂੰ ਇਹਨਾਂ ਨੇ ਉਹ ਜਿਹੜਾ ਪੈਸਾ ਉਹਨਾਂ ਤੇ ਨਹੀਂ ਲਾਇਆ। ਅਸੀਂ ਦੇਖਣਾ ਇਨਸਾਨੀਅਤ ਨੂੰ, ਅਸੀਂ ਬਿਲਡਿੰਗਾਂ ਨੂੰ ਨਹੀਂ ਦੇਖਣਾ ਹੈ। ਤੇ ਇਹ ਲੋਕ ਜਿਹੜੇ ਨੇ, ਪੈਸਾ ਜ਼ਰੂਰ ਇਹਨਾਂ ਕੋਲ ਆਉਂਦਾ ਹੈ ਪਰ ਇਹਦੀ ਸਹੀ ਵਰਤੋਂ ਨਹੀਂ, ਸ਼ੋਸ਼ਣ ਕਰਦੇ ਨੇ ਇਹ ਲੋਕ। ਇਹ ਕੋਈ ਅਕੈਡਮੀ ਨਹੀਂ, ਮੇਰੇ ਹੁਣ ਤੱਕ ਮੇਰੇ ਕੋਈ ਖਿਆਲ ਦੇ ਵਿੱਚ ਕੋਈ ਐਸੀ ਅਕੈਡਮੀ ਨਹੀਂ ਜਿਹੜੀ ਬੇਸਹਾਰਾ ਬੱਚਿਆਂ ਨੂੰ, ਕੇਵਲ ਤੇ ਕੇਵਲ ਬੇਸਹਾਰਾ ਬੱਚਿਆਂ ਨੂੰ ਹੀ ਚਲਾਉਂਦੀ ਹੋਵੇ। ਓਕੇ, ਵੀ ਇਹ ਸਭ ਕੁਝ ਜਿਹੜਾ ਬਾਹਰ ਪ੍ਰਚਾਰ ਹੋ ਰਿਹਾ ਗਲਤ ਹੈ? ਇਹ ਗਲਤ ਆ, ਸਾਰਾ ਟੋਟਲ ਹੀ ਬਿਲਕੁਲ ਗਲਤ ਹੈ। ਤੁਹਾਡੀ ਅਕੈਡਮੀ ਦੇ ਵਿੱਚੋਂ ਹੁਣ ਤੱਕ ਬੱਚੇ ਸਿੱਖੇ ਹੀ ਹੈ, ਸਿੱਖ ਕੇ ਗਾਂ ਨਿਕਲੇ ਵੀ ਹੈ? ਮੇਰੀ ਅਕੈਡਮੀ ਵਿੱਚ ਬੱਚੇ ਸਿੱਖ ਕੇ ਨਿਕਲੇ ਵੀ ਨਹੀਂ ਜੀ। ਕੀਰਤਨੀਏ ਬਣੇ ਨੇ, ਕਥਾਵਾਚਕ ਬਣੇ ਨੇ? ਬਿਲਕੁਲ ਬਿਲਕੁਲ ਜੀ। ਆਪੋ ਆਪਣੀ ਕਿਰਤ ਕਰਦੇ ਨੇ? ਆਪਣੀ ਆਪਣੀ ਕਿਰਤ ਕਰਦੇ ਨੇ, ਵਧੀਆ ਗੁਰਦੁਆਰਾ ਸਾਹਿਬ ਜੀ ਸੇਵਾ ਕਰ ਰਹੇ ਨੇ, ਗੁਰੂ ਘਰ ਦੀਆਂ ਗ੍ਰੰਥੀ ਡਿਊਟੀ ਕਰ ਰਹੇ ਨੇ ਜੀ। ਤੇ ਹੋਰ ਵੀ ਬਹੁਤ ਕੀਰਤਨੀਏ ਨੇ। ਤੇ ਮੇਰੀ ਅਕੈਡਮੀ ਦੇ ਵਿੱਚੋਂ ਸੱਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਚਾਹੁੰਦਾ ਵੀ ਅਸੀਂ ਰਾਗਾਂ ਦੀ ਵਿਦਿਆ ਦਿੰਦੇ ਆ ਤੇ ਨਾਲ 3 ਸਾਲ ਦਾ ਸਰਟੀਫਿਕੇਟ ਦਾ ਉਹਨੂੰ ਦਿੰਦੇ ਆ ਕਿ ਤੁਸੀਂ ਜਾ ਕੇ ਭਾਈ ਆਪਣਾ ਕੀਰਤਨ ਵਾਜਾ ਤਬਲਾ ਆਪਣਾ ਜੋ ਤੁਸੀਂ ਰਾਗੀ ਕੀਰਤਨ ਸਿੱਖਿਆ ਹੈ ਤੁਸੀਂ ਉੱਥੇ ਜਾ ਕੇ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ ਲੱਗ ਸਕਦੇ ਹੋ ਉਸ ਸਰਟੀਫਿਕੇਟ ਨੂੰ ਦਿਖਾ ਕੇ। ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਉਹ ਬੱਚੇ ਜਿਹੜੇ ਨੇ ਸਾਡਾ ਸਰਟੀਫਿਕੇਟ ਲੈ ਕੇ ਨਾਲ ਗਏ ਨੇ, ਉਹਨਾਂ ਦੇ ਵੀਜ਼ੇ ਲੱਗੇ। ਚਲੋ ਮੰਨ ਲਿਆ, ਬੱਚੇ ਤੁਹਾਡਾ ਸਰਟੀਫਿਕੇਟ ਲੈ ਕੇ ਗਏ ਨੇ, ਬੱਚੇ ਤੁਹਾਡੇ ਕੋਲ ਸਿੱਖ ਕੇ ਗਏ ਨੇ, ਵੀਜ਼ੇ ਲੱਗ ਗਏ, ਬਾਹਰ ਉਹ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਕੋਈ ਕੀਰਤਨ ਕੋਈ ਕਿਸੇ ਪ੍ਰਕਾਰ ਲੱਗ ਪਿਆ, ਆਪੋ ਆਪਣੀ ਕਮਾਈ ਕਰਦੇ ਨੇ। ਹਾਂਜੀ, ਕੀ ਉਹ ਬੱਚੇ ਤੁਹਾਡਾ ਸਰਟੀਫਿਕੇਟ ਲੈ ਕੇ ਤੁਹਾਡੇ ਕੋਲੋਂ ਵਿਦਿਆ ਲੈ ਕੇ ਕੀ ਵਾਪਸ ਵੀ ਪਰਤੇ ਨੇ ਕਿ ਪਰਿੰਦੇ ਉੱਡ ਗਏ? ਉਹ ਪਰਿੰਦੇ ਉੱਡ ਗਏ ਜੀ, ਅਜੇ ਤੱਕ ਵਾਪਸ ਨਹੀਂ। ਇੱਥੇ ਘਾਟ ਕਿਹਦੀ ਹੈ? ਤੁਹਾਡੇ ਸੰਸਕਾਰਾਂ ਦੀ ਘਾਟ ਹੈ ਜਾਂ ਬੱਚਿਆਂ ਦੀ ਸੋਚ ਹੀ ਅੱਜਕੱਲ੍ਹ ਐਸੀ ਬਣ ਚੁੱਕੀ ਹੈ?
ਬੱਚਿਆਂ ਦੀ ਸੋਚ ਇਸ ਤਰ੍ਹਾਂ ਦੀ ਬਣ ਗਈ ਜੀ, ਅਸੀਂ ਤਾਂ ਹਰ ਇੱਕ ਭੱਠੀ ਦੇ ਵਿੱਚ ਉਹਨਾਂ ਨੂੰ ਪਿਘਲਾਉਂਦੇ ਆ, ਹਰ ਇੱਕ ਵਿਦਿਆ ਦਿੰਦੇ ਆ। ਅੱਜ ਕੱਲ ਸੋਚ ਹੀ ਐਸੀ ਬਣ ਗਈ ਹੈ ਇਹਨਾਂ ਲੋਕਾਂ ਦੀ। ਜਿਵੇਂ ਹੁਣ ਤੁਸੀਂ ਸੋਚਿਆ ਕਿ ਜੋ ਮੁਸੀਬਤਾਂ ਮੈਨੂੰ ਆਈਆਂ ਅੱਗੇ ਕਿਸੇ ਬੱਚੇ ਨੂੰ ਨਾ ਆਉਣ, ਹੁਣ ਜਿਹੜੇ ਉਹ ਬੱਚੇ ਸਿੱਖ ਕੇ ਗਏ ਨੇ, ਜੇ ਉਹ ਵੀ ਇਹ ਸੋਚ ਰੱਖਣ ਵੀ ਜੋ ਮੁਸ਼ਕਲਾਂ ਮਾੜੀਆਂ ਮੋਟੀਆਂ ਜੇ ਸਾਨੂੰ ਆਈਆਂ ਅਸੀਂ ਹੋਰ ਜ਼ਿਆਦਾ ਸੁਧਾਰ ਕਰ ਦਈਏ, ਅੱਗੇ ਵੀ ਕਿਸੇ ਨੂੰ ਨਾ ਆਉਣ, ਤੇ ਗੱਲ ਬਣ ਸਕਦੀ ਹੈ। ਉਹ ਕਿਉਂ ਛੱਡ ਕੇ ਧਿਆਨ ਪਿੱਛੇ ਕਿਉਂ ਨਹੀਂ ਕਰਦੇ ਪਏ? ਉਹ ਅਕੈਡਮੀ ਦੇ ਬੱਚਿਆਂ ਦੇ ਲਈ ਕੋਈ ਰਾਸ਼ਨ ਦਾ ਪ੍ਰਬੰਧ, ਕੋਈ ਕੱਪੜੇ ਦਾ ਪ੍ਰਬੰਧ, ਕੋਈ ਫਲ ਫਰੂਟ ਦਾ ਪ੍ਰਬੰਧ, ਜਾਂ ਤੁਹਾਨੂੰ ਹੀ ਕਹਿ ਦੇਣ ਵੀ ਉਸਤਾਦ ਜੀ ਹੁਣ ਤੁਸੀਂ ਬਹੁਤ ਚਿਰ ਸਾਈਕਲ ਦੇ ਉੱਪਰ ਸਮਾਂ ਕੱਢ ਲਿਆ, ਅਸੀਂ ਤੁਹਾਨੂੰ ਗੱਡੀ ਲੈ ਕੇ ਦਿੰਦੇ ਆ, ਜਾਂ ਉਸਤਾਦ ਜੀ ਤੁਹਾਨੂੰ ਬਾਈਕ ਲੈ ਕੇ, ਕੁਝ ਵੀ ਇਹ ਨਹੀਂ। ਹਾਂਜੀ ਹਾਂਜੀ, ਕੋਈ ਐਸਾ ਇੱਕ ਵੀ ਬੱਚਾ ਨਹੀਂ ਆਇਆ? ਨਹੀਂ ਵੀਰ ਜੀ, ਬੱਚੇ ਸਾਡੇ ਕੋਲ ਸਰਟੀਫਿਕੇਟ ਲੈ ਕੇ ਗਏ, ਗੁਰਦੁਆਰਾ ਸਾਹਿਬ ਵਿੱਚ ਜਾ ਕੇ ਉਹਨੇ ਡਿਊਟੀ ਵੀ ਕੀਤੀ, ਵਧੀਆ ਕੋਠੀਆਂ ਪਾ ਲਈਆਂ, ਵਧੀਆ ਆਪਣੇ ਪਰਿਵਾਰ ਨੂੰ ਪਾਲ ਰਹੇ ਨੇ, ਕੋਈ ਐਸੀ ਗੱਲ ਨਹੀਂ ਹੈਗੀ। ਪਰ ਇੱਧਰ ਨੂੰ ਉਹਨਾਂ ਨੇ ਮੂੰਹ ਨਹੀਂ ਕੀਤਾ, ਗੁਰਮਤਿ ਸਾਰਾ ਅਕੈਡਮੀ ਵੱਲ। ਅੱਛਾ। ਹਾਂਜੀ, ਬਹੁਤ ਵਧੀਆ ਜਗ੍ਹਾ ਤੇ ਲੱਗੇ ਹੋਏ ਨੇ। ਕਦੀ ਫੋਨ ਨਹੀਂ ਆਇਆ ਕਿਸੇ ਦਾ, ਕਦੀ ਕਿਸੇ ਨੇ ਫਲ ਫਰੂਟ ਤੋੜਨ ਦੀ ਗੱਲ ਦੂਰ ਦੀ, ਕੋਈ ਮਿਲਣ ਵੀ ਮੈਨੂੰ ਅੱਜ ਤੱਕ ਨਹੀਂ ਆਇਆ ਕਿ ਉਸਤਾਦ ਜੀ ਤੁਸੀਂ ਇੰਨੀ ਸਾਡੇ ਦੇ ਉੱਤੇ ਘਾਲ ਨਾ ਘਾਲੀਏ ਤੇ ਅਸੀਂ ਆਪ ਜੀ ਨੂੰ ਥੋੜੀ ਸਹਾਇਤਾ ਦਿੰਦੇ ਆ, ਤੁਹਾਡਾ ਕੰਮ ਸੌਖਾ ਹੋ ਜਾਏਗਾ। ਇਹਦਾ ਕਾਰਨ ਕੀ ਹੋ ਸਕਦਾ ਆ? ਕਾਰਨ ਇਹ ਹੈ ਵੀਰ ਜੀ ਕਿ ਜਿਹੜੇ ਇਹ ਪ੍ਰਚਾਰ ਹੋ ਰਹੇ ਨੇ, ਇਹ ਇਹਨਾਂ ਦੇ ਦਾਇਰਿਆਂ ਦੇ ਵਿੱਚ ਆ ਜਾਂਦੇ ਨੇ। ਇਹ ਲੋਕ ਬੱਚੇ ਆਪਣੇ ਪਿਛਲੇ ਵਿਰਸੇ ਨੂੰ ਭੁੱਲ ਜਾਂਦੇ ਨੇ, ਕਿਉਂਕਿ ਇੱਕ ਬੱਚਾ ਇੱਕ ਦੂਸਰੇ ਬੱਚੇ ਤੋਂ ਦੂਸਰੀ ਵਿਦਿਆ ਲਈ, ਗੁਰਮਤਿ ਦੀ ਵਿਦਿਆ ਨੂੰ ਛੱਡ ਕੇ ਉਹ ਸੰਸਾਰਕ ਧੰਦਿਆਂ ਦੇ ਵਿੱਚ ਫਸ ਜਾਂਦੇ ਨੇ। ਜਿਵੇਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਪਾਲਣਾ, ਆਪਣੇ ਉਸਤਾਦ ਨੂੰ ਭੁੱਲ ਗਏ, ਆਪਣੇ ਬੱਚਿਆਂ ਨੂੰ ਪਾਲ ਕੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਵੀ ਧਿਆਨ ਹੁਣ ਆਪਣੇ ਫਿਊਚਰ ਵੱਲ ਹੋ ਗਿਆ, ਬੱਚਿਆਂ ਵੱਲ ਹੋ ਗਿਆ, ਉਸਤਾਦ ਜੀ ਦਾ ਧਿਆਨ ਨਿਕਲ ਗਿਆ। ਉਸਤਾਦ ਜੀ ਕੋਲੋਂ ਕੰਮ ਲੈਣਾ ਸੀ, ਲੈ ਲਿਆ, ਜਿਹੜਾ ਸਿੱਖਣਾ ਸੀ ਸਿੱਖ ਲਿਆ, ਵਾਜਾ ਤਬਲਾ ਸਿੱਖ ਕੇ ਹੁਣ ਅਸੀਂ ਆਪਣਾ ਕੰਮ ਕਰੀਏ। ਉਸਤਾਦ ਜੀ ਆਪਣਾ ਕੰਮ ਕਰੀ ਜਾਂਦੇ ਪਏ ਨੇ। ਹਾਂਜੀ ਹਾਂਜੀ, ਠੀਕ ਹੈ ਜੀ। ਵੀਰ ਜੀ, ਮੈਂ ਲਾਸਟ ਤੁਹਾਡੇ ਕੋਲ ਇਹਨਾਂ ਪੁੱਛਣਾ ਚਾਹੁੰਦਾ, ਜਿਵੇਂ ਹੁਣ ਤੁਹਾਨੂੰ ਕਈ ਪ੍ਰੋਬਲਮਸ ਆਈਆਂ, ਉਹ ਪੜ੍ਹਾਈ ਦੇ ਦੌਰਾਨ ਆਈਆਂ, ਸਿੱਖਣ ਦੇ ਦੌਰਾਨ ਆਈਆਂ, ਜਿਵੇਂ ਤੁਸੀਂ ਹੁਣ ਵੀ ਦੱਸਦੇ ਹੋ, ਹੁਣ ਵੀ ਕਈ ਪ੍ਰਕਾਰ ਦੀਆਂ ਪ੍ਰੋਬਲਮਸ ਆਉਂਦੀਆਂ ਨੇ। ਮੇਰਾ ਇੱਕ ਸਵਾਲ ਹੈ ਕਿ ਬੰਦਾ ਸਰੀਰਕ ਤੌਰ ਤੇ ਅਪਾਹਜ ਹੋਵੇ, ਇੱਕ ਬੰਦਾ ਮਾਨਸਿਕ ਤੌਰ ਤੇ ਅਪਾਹਜ ਹੁੰਦਾ ਹੈ। ਮਾਨਸਿਕ ਤੌਰ ਤੇ ਅਪਾਹਜ ਦੇ ਅਰਥ ਦਰਸ਼ਕੋ ਮੈਂ ਥੋੜੇ ਜਿਹੇ ਕਰਦੇ ਆ। ਕੁਝ ਲੋਕ ਹੁੰਦੇ ਨੇ ਸਰੀਰਕ ਤੌਰ ਤੇ ਅਪਾਹਜ, ਕੁਝ ਹੁੰਦੇ ਨੇ ਮਾਨਸਿਕ ਤੌਰ ਤੇ ਅਪਾਹਜ ਹੁੰਦੇ ਨੇ, ਖੱਟੇ ਕੱਟੇ ਮੰਗਦੇ ਫਿਰਦੇ ਨੇ, ਮੁਕੱਦਰਾਂ ਨੂੰ ਕੋਸੀ ਤੁਰੇ ਜਾਂਦੇ ਨੇ, ਹੱਥ ਵਿਖਾਈ ਤੁਰੇ ਜਾਂਦੇ ਨੇ, ਮੈਂ ਬਾਹਰ ਜਾਵਾਂਗਾ। ਇਸ ਤਰ੍ਹਾਂ ਦੇ ਕੁਝ ਲੋਕ ਨੇ, ਉਹਨਾਂ ਨੂੰ ਮੈਂ ਮਾਨਸਿਕ ਤੌਰ ਤੇ ਅਪਾਹਜ ਕਹਿਣਾ ਮੈਂ, ਜਿਨ੍ਹਾਂ ਦੇ ਕੋਲ ਜ਼ਿੰਦਗੀ ਦੇ ਸਾਰੇ ਰਾਹ ਹੁੰਦੇ ਨੇ, ਪਰਮਾਤਮਾ ਨੇ ਵਿਵੇਕ ਬੁੱਧ ਦਿੱਤੀ ਹੈ, ਪਰ ਉਹ ਅਕਲ ਦੇ ਅੰਨੇ ਇਹਦੀ ਵਰਤੋਂ ਨਹੀਂ ਕਰਦੇ। ਉਹ ਕੀ ਕਰਦੇ ਨੇ? ਕੋਈ ਮੰਗਦਾ, ਕੋਈ ਕਹਿੰਦਾ ਨਾ ਨਾ ਜੀ ਮੁਕੱਦਰਾਂ ਵਿੱਚ ਹੋਵੇਗਾ, ਕਰ ਲਵਾਂਗੇ, ਮੁਕੱਦਰਾਂ ਦੇ ਵਿੱਚ ਹੈ ਹੀ ਨਹੀਂ, ਮੈਂ ਕੁਛ ਕਰ ਹੀ ਨਹੀਂ ਸਕਦਾ। ਉਹਨਾਂ ਲੋਕਾਂ ਨੂੰ ਮੈਂ ਮਾਨਸਿਕ ਤੌਰ ਤੇ ਅਪਾਹਜ ਕਹਿਣਾ ਮੈਂ, ਕਿਉਂਕਿ ਵੀਰ ਜੀ ਨੇ ਸਰੀਰਕ ਤੌਰ ਤੇ ਅਪਾਹਜ ਨੇ, ਪਰ ਅੰਦਰ ਇੱਕ ਜਜ਼ਬਾ ਸੀ, ਮੈਂ ਇਹ ਕੰਮ ਕਰਨਾ ਹੈ, ਉਹਨਾਂ ਨੇ ਉਹ ਕੰਮ ਕਰ ਦਿਖਾਇਆ। ਭਾਵੇਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ, ਪਰ ਚੇਤਾ ਰੱਖਿਆ ਜੋ ਰੁਕਾਵਟਾਂ ਤੋਂ ਬਾਅਦ ਹੀ ਮੰਜ਼ਿਲ ਮਿਲਦੀ ਹੁੰਦੀ ਹੈ। ਜੇ ਕਿਸੇ ਨੇ ਪਹਾੜ ਦੀ ਚੋਟੀ ਦੇ ਉੱਪਰ ਚੜ੍ਹਨਾ ਹੈ ਨਾ, ਤੇ ਅਨੇਕ ਤਰ੍ਹਾਂ ਦੀਆਂ ਹਵਾਵਾਂ ਦਾ ਸਾਹਮਣਾ ਤੇ ਕਰਨਾ ਪਏਗਾ। ਵੀਰ ਜੀ, ਇੱਕ ਹੁੰਦੇ ਨੇ ਸਰੀਰਕ ਤੌਰ ਤੇ ਅਪਾਹਜ, ਇੱਕ ਹੁੰਦੇ ਨੇ ਮਾਨਸਿਕ ਤੌਰ ਤੇ ਅਪਾਹਜ। ਤੁਹਾਡੀ ਨਜ਼ਰ ਦੇ ਅੰਦਰ, ਕਿਉਂਕਿ ਤੁਸੀਂ ਇਹ ਸਾਰੀ ਸਥਿਤੀ ਦੇ ਵਿੱਚੋਂ ਨਿਕਲੇ ਹੋ, ਇਹ ਸਵਾਲ ਮੈਂ ਕਿਸੇ ਹੋਰ ਨੂੰ ਪੁੱਛਦਾ ਸ਼ਾਇਦ ਹੋਰ ਜਵਾਬ ਦੇ ਦਿੰਦਾ, ਪਰ ਤੁਸੀਂ ਇਸ ਦਾ ਸੇਕ ਸਿਆ ਹੋਇਆ। ਤੁਹਾਡੇ ਮੁਤਾਬਕ ਦੋਵਾਂ ਦੇ ਵਿੱਚੋਂ ਵੱਡੀ ਪੀੜਾ ਕਿਸ ਚੀਜ਼ ਦੀ ਹੈ? ਮੇਰੇ ਮੁਤਾਬਕ ਮਾਨਸਿਕ ਦੀ ਹੈ ਜੀ। ਅੱਛਾ। ਸਰੀਰ ਦੀ ਕੋਈ ਤਕਲੀਫ ਨਹੀਂ। ਮੇਰੀਆਂ ਤਾਂ 2 ਲੱਤਾਂ ਹੀ ਨਹੀਂ ਹੈਗੀਆਂ ਜੀ, ਕਈਆਂ ਦੀਆਂ 2 ਬਾਹਾਂ ਵੀ ਨਹੀਂ ਹੈਗੀਆਂ, ਉਹ ਵੀ ਸਮਾਂ ਗੁਜ਼ਾਰ ਰਹੇ ਨੇ। ਆਪਣੀ ਹਿੰਮਤ ਨੇ, ਕਈ ਦੇਖਿਆ ਤੁਸੀਂ ਨੈਟ ਦੇ ਉੱਤੇ, ਉਹ ਆਪਣੇ ਮੂੰਹ ਦੇ ਨਾਲ ਲਿਖਾਈ ਕਰਦੇ ਨੇ, ਪੈਰਾਂ ਦੇ ਨਾਲ ਲਿਖਾਈ ਕਰਦੇ ਨੇ ਜੀ। ਤੇ ਜਿਹੜਾ ਮਾਨਸਿਕ ਤੇ ਤੌਰ ਤੇ ਹੋ ਗਿਆ, ਉਹ ਕੁਝ ਕਰ ਹੀ ਨਹੀਂ ਸਕਦਾ, ਉਹਦਾ ਕਿ ਮੈਂ ਕਰਨਾ ਹੀ ਨਹੀਂ, ਬਸ ਇੱਕੋ ਹੀ ਗੱਲ ਕਰਦੀ, ਮੈਂ ਕਰਨਾ ਹੀ ਨਹੀਂ ਹੈਗਾ। ਤੇ ਮੈਨੂੰ ਸਰੀਰ ਦਾ ਕੋਈ ਉਹ ਨਹੀਂ, ਮੈਨੂੰ ਤੇ ਵੀ ਜੇ ਪ੍ਰਮਾਤਮਾ ਨੇ ਕੋਈ ਅੰਗ ਨਹੀਂ ਦਿੱਤਾ, ਪਰ ਬੰਦੇ ਦੇ ਅੰਦਰ ਜਜ਼ਬਾ ਹੈ, ਤੇ ਤੁਹਾਡੀ ਮੰਜ਼ਿਲ ਜਿਹੜੀ ਹੈ ਉਹ ਤੁਸੀਂ ਪਾ ਸਕਦੇ ਹੋ। ਤੁਹਾਡਾ ਮੰਨਣਾ ਇਹ ਹੈ? ਬਿਲਕੁਲ ਜੀ, ਬਿਲਕੁਲ। ਜਿਹੜੇ ਮਾਨਸਿਕ ਤੌਰ ਤੇ ਅਪਾਹਜ ਨੇ, ਉਹ ਜ਼ਿਆਦਾ ਖਤਰਨਾਕ ਨੇ ਸਮਾਜ ਦੇ ਲਈ। ਹਾਂਜੀ, ਉਹ ਜ਼ਿਆਦਾ ਖਤਰਨਾਕ ਨੇ, ਕਿਉਂਕਿ ਸਰੀਰ ਹੈ ਜੀ, ਇਹ ਤਾਂ ਸਰੀਰ ਹੈ, ਇਹ ਤਾਂ ਅੱਜ ਵੀ ਖਤਮ ਤੇ ਕੱਲ ਵੀ ਖਤਮ। ਪਰ ਜੇ ਅੰਦਰਲਾ ਜਜ਼ਬਾ ਜਿਹੜਾ ਹੈਗਾ, ਉਹ ਪਹਾੜ ਚੜਾ ਦਿੰਦਾ ਜੀ। ਮੈਨੂੰ ਜਜ਼ਬੇ ਨੇ ਬਹੁਤ ਸਾਥ ਦਿੱਤਾ ਹੈ। ਅੱਜ ਤੱਕ ਮੇਰੇ ਤੇ ਮੇਰੀਆਂ ਲੱਤਾਂ ਹਾਵੀ ਨਹੀਂ ਹੋਈਆਂ ਜੀ, ਤੇ ਨਾ ਮੈਂ ਆਪਣੀਆਂ ਲੱਤਾਂ ਵੱਲ ਵੇਖਿਆ ਹੀ ਹੈ ਕਦੀ। ਓਕੇ। ਮੈਨੂੰ ਬਹੁਤ ਪਰਮਾਤਮਾ ਪਰਮੇਸ਼ਰ ਰਹਿ ਗਿਆ। ਮੈਂ ਕਿਹਾ ਪਰਮਾਤਮਾ ਤੇਰਾ ਸ਼ੁਕਰ ਹੈ, ਹੋ ਸਕਦਾ ਮੇਰੀਆਂ ਲੱਤਾਂ ਹੁੰਦੀਆਂ ਤੇ ਮੈਂ ਤੇਰੇ ਨਾਲ ਨਾ ਜੁੜਦਾ। ਤੇ ਜੇ ਅੱਜ ਤੂੰ ਲੱਤਾਂ ਦਿੱਤੀਆਂ, ਤੇ ਨਾਲ ਮੈਨੂੰ ਗੁਣ ਵੀ ਤਾਂ ਦਿੱਤਾ ਹੋਇਆ ਹੈ, ਤੇ ਨਾਲ ਹਿੰਮਤ ਦਿੱਤੀ ਆ। ਹਾਂ, ਆਹ ਚੀਜ਼ ਤੁਹਾਡੀ ਬਹੁਤ ਪਿਆਰੀ ਲੱਗੀ ਮੈਨੂੰ, ਵੀ ਵਾਕਈ ਜੇ ਲੱਤਾਂ ਨਹੀਂ ਦਿੱਤੀਆਂ, ਉਹਦਾ ਤੇ ਹੈ, ਪਰ ਇੱਕ ਗੁਣ ਦੇ ਦਿੱਤਾ ਪਰਮਾਤਮਾ ਨੇ। ਹਾਂਜੀ, ਤੇ ਗੁਣ ਮੈਨੂੰ ਦਿੱਤਾ ਹੋਇਆ ਜੀ। ਤੇ ਹੁਣ ਇਸ ਟਾਈਮ ਮੈਂ ਆਪ ਹੀ ਉੱਤੇ ਪੌੜੀਆਂ ਤੇ ਚੜ੍ਹ ਜਾਂਦਾ ਵਾਂ, ਇੰਨੀ ਹਿੰਮਤ ਆ। ਸਾਈਕਲ ਹੀ ਮੇਰੇ ਕੋਲ ਵੀਲ ਚੇਅਰ ਆ,
ਜਿੱਥੇ ਵੀ ਮਰਜ਼ੀ ਜਾਣਾ ਆਪਣੀ ਵੀਲਚੇਅਰ ਤੇ ਮੈਂ ਚਲਾ ਕੇ ਚਲੇ ਜਾਣਾ ਜੀ, ਕੀਰਤਨ ਕਰਦਾ ਲੋਕਾਂ ਦੇ ਘਰਾਂ 'ਚ ਜਾ ਕੇ ਜੀ। ਤੇ ਮੈਨੂੰ ਇਹ ਵੀ ਨਹੀਂ ਹੈਗਾ ਕਿ ਮੈਂ ਰਿੜ ਕੇ ਜਾਣਾ ਵਾ ਜਾਂ ਕੁਝ ਨਹੀਂ ਹੈ, ਕਿਉਂਕਿ ਮੇਰੇ ਕੋਲ ਗੁਣ ਆ ਤੇ ਮੇਰੀ ਹਿੰਮਤ ਆ, ਹੌਸਲਾ ਵਾ, ਮੇਰਾ ਜਜ਼ਬਾ ਹੈ, ਮੈਨੂੰ ਤੋਰੀ ਫਿਰਦਾ ਜੀ। ਮੇਰਾ ਆਪਣਾ ਸਰੀਰ ਉੱਤੇ ਕਦੀ ਹਾਵੀ ਨਹੀਂ ਹੋਣ ਦਿੱਤੀਆਂ ਲੱਤਾਂ। ਜੀ 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 ਵੀਰ ਜੀ, ਤੁਸੀਂ ਬੜੇ ਸੋਹਣੇ ਢੰਗ ਦੇ ਵਿੱਚ ਦੱਸਿਆ ਕਿ ਲੱਤਾਂ ਹਾਵੀ ਨਹੀਂ ਹੋਣ ਦਿੱਤੀਆਂ। ਕਹਿਣ ਤੋਂ ਭਾਵ ਕਿ ਆਪਣੀ ਉਸ ਚੀਜ਼ ਨੂੰ ਤੁਸੀਂ ਕਦੀ ਅੱਗੇ ਨਹੀਂ ਰੱਖਿਆ ਕਿ ਹਾਂਜੀ। ਪ੍ਰਮਾਤਮਾ ਨੇ ਇਹ ਨਹੀਂ ਦਿੱਤਾ, ਆਹ ਨਹੀਂ ਦਿੱਤਾ, ਗਿਲਾ ਸ਼ਿਕਵਾ ਨਹੀਂ ਕੀਤਾ, ਆਪਣੇ ਸੁਪਨੇ ਵੱਲ ਦੇਖਿਆ। ਹਾਂਜੀ, ਹਾਂਜੀ। ਹੁਣ ਤੱਕ ਤੁਹਾਡੇ ਕੋਲ ਕਿੰਨੇ ਕੁ ਬੱਚੇ ਸਿੱਖ ਚੁੱਕੇ ਨੇ? ਹਾਂਜੀ ਮਖੂ ਵੀਰ ਜੀ, ਇਹ ਬਹੁਤ ਵਧੀਆ ਸਵਾਲ ਪੁੱਛਿਆ ਹੈ ਤੁਸੀਂ। ਮੇਰੇ ਕੋਲ ਇਸ ਟਾਈਮ 500 ਬੱਚੇ ਦਾ ਰਿਕਾਰਡ ਮੇਰੇ ਕੋਲ ਹੈ। ਜਿਹੜੇ ਤੁਹਾਡੇ ਕੋਲ ਸਿੱਖ ਕੇ ਜਾ ਚੁੱਕੇ ਜਾ ਨੇ? ਚੁੱਕੇ ਨੇ, ਮੇਰੇ ਕੋਲ ਰਿਕਾਰਡ ਹੈ ਜੀ। ਕਮਾਲ ਦੀ ਗੱਲ ਹੈ। ਜਦੋਂ ਤੁਹਾਡੀਆਂ ਲੱਤਾਂ ਨਹੀਂ ਹੋਣਗੀਆਂ, ਇੱਕ ਵਿਚਾਰ ਹੈ, ਹਾਂਜੀ ਮੈਂ ਤੁਹਾਡੇ ਨਾਲ ਐਜ਼ ਏ ਬ੍ਰਦਰ ਗੱਲ ਕਰਦਾ ਪਿਆ ਵਾਂ, ਹਾਂਜੀ ਸ਼ਾਇਦ ਪਿੰਡ ਦੇ ਲੋਕ ਕਹਿੰਦੇ ਹੋਣਗੇ ਵੀ ਇਹਦਾ ਸਹਾਰਾ ਕੌਣ ਬਣੇਗਾ? ਅੱਜ ਤੇ ਮਾਪੇ ਨੇ, ਹਾਂਜੀ। ਜਦੋਂ ਮਾਪੇ ਮੁੱਕ ਜਾਣਗੇ ਤੇ ਇਸ ਬੱਚੇ ਦਾ ਸਹਾਰਾ ਕੌਣ ਬਣੇਗਾ? ਪਰ ਦਰਸ਼ਕੋ, ਗਜ਼ਬ ਦੀ ਗੱਲ ਹੈ, ਜਿਸ ਨੂੰ ਦੁਨੀਆ ਕਹਿੰਦੀ ਹੈ ਨਾ ਇਹਦਾ ਸਹਾਰਾ ਕੌਣ ਬਣੇਗਾ, ਕਈ ਵਾਰੀ ਉਹ ਦੁਨੀਆ ਦਾ ਸਹਾਰਾ ਬਣ ਜਾਂਦਾ ਹੈ। ਬੜੀ ਕਮਾਲ ਦੀ ਗੱਲ ਹੈ। ਕਈ ਵਾਰੀ ਬੱਚੇ ਦੀਆਂ ਲੱਤਾਂ ਨਾ ਹੋਣ ਤੇ ਪਿੰਡ ਦੇ ਕਹਿੰਦੇ ਜੀ ਇਹਨੂੰ ਮਾਂ ਸਾਂਭਦੀ ਏ, ਇਹਨੂੰ ਪਿਓ ਸਾਂਭਦਾ, ਜਦੋਂ ਮਾਪੇ ਨਹੀਂ ਹੋਣਗੇ ਇਹਨੂੰ ਕੌਣ ਸਾਂਭੇਗਾ, ਇਹਦਾ ਸਹਾਰਾ ਕੌਣ ਬਣੇਗਾ? ਪਰ ਗਜ਼ਬ ਦੀ ਗੱਲ ਹੈ, ਜਿਸ ਨੂੰ ਦੁਨੀਆ ਕਹਿੰਦੀ ਵੀ ਇਹਦਾ ਸਹਾਰਾ ਕੌਣ ਬਣੇਗਾ, ਕਈ ਵਾਰੀ ਉਹ ਅਗਾਂਹ 500 ਬੱਚੇ ਦਾ ਸਹਾਰਾ ਬਣ ਜਾਂਦਾ। ਮਿਸਾਲ ਤੁਹਾਡੇ ਬਿਲਕੁਲ ਸਾਹਮਣੇ ਹੈ ਸਰਦਾਰ ਸਾਹਿਬ। ਫਿਰ ਉਹ 500 ਬੱਚਾ ਜਿਹੜਾ ਆ ਤੁਹਾਡੇ ਕੋਲ ਔਨ ਰਿਕਾਰਡ ਹੈ, ਜਿਹੜੇ ਸਰਟੀਫਿਕੇਟ ਲੈ ਕੇ ਗਏ ਨੇ? ਹਾਂਜੀ, ਮੇਰੇ ਕੋਲ ਕੋਈ ਵੀ ਗੁਰਮਤਿ ਅਕੈਡਮੀ, ਭਾਰਤ ਨਗਰ, ਗਲੀ ਨੰਬਰ 3, ਨੇੜੇ ਰੇਲਵੇ ਲਾਈਨ, 16 ਨੰਬਰ ਫਾਟਕ, ਪਟਿਆਲਾ, ਗੁਰਮਤਿ ਅਕੈਡਮੀ ਵਿੱਚ ਆਣ ਕੇ ਕੋਈ ਵੀ ਚੈੱਕ ਕਰ ਸਕਦਾ ਹੈ ਮੇਰੇ ਕੋਲ ਜੀ। ਮੇਰੇ ਕੋਲ ਰਿਕਾਰਡ ਆ। ਤੇ ਜਿਹੜੀ ਤੁਸੀਂ ਗੱਲ ਆਖੀ ਹੈ ਕਿ ਆਪਾਂ ਨੂੰ ਕਹਿੰਦੇ ਆ ਕਿ ਕੌਣ ਸਹਾਰਾ ਬਣੇਗਾ, ਮੇਰੇ ਦਾਦਾ ਜੀ ਵੀ ਇਸ ਤਰ੍ਹਾਂ ਹੀ ਕਿਹਾ ਕਰਦੇ ਸਨ। ਅੱਛਾ। ਕਹਿੰਦੇ ਸਨ ਕਿ ਮੇਰਾ ਪੋਤਰਾ ਜਿਹੜਾ ਹੈ ਭੁੱਖਾ ਮਰ ਜਾਵੇਗਾ, ਇਹਨੂੰ ਵਿਚਾਰਾ ਕੌਣ ਸਹਾਰਾ ਦੇਗਾ। ਇਹ ਦੂਜੇ ਮੇਰੇ ਪੋਤਰੇ ਦਾ ਆਪਾਂ ਆਪਣੇ ਕੰਮ ਕਰ ਲੈ ਕੇ ਦਿਹਾੜੀ ਵੀ ਨਹੀਂ ਕਰ ਸਕਦਾ। ਤੇ ਮੈਂ ਉਹ ਜਿਹੜੇ ਪਤੀਲੇ ਮੁੱਦੇ ਮਾਰ ਮਾਰ ਕੇ ਜਦੋਂ ਕੀਰਤਨ ਕਰਿਆ ਕਰਦਾ ਸੀ ਨਾ ਜੀ, ਤੇ ਉਦੋਂ ਦੁਨੀਆ ਜਿਹੜੀ ਕਹਿੰਦੀ ਸੀ ਵੀ ਇਹ ਬਾਬਾ ਬਣੇਗਾ। ਤੇ ਮੇਰੇ ਦਾਦੇ ਦੀ ਗੱਲ ਮੈਨੂੰ ਅੱਜ ਵੀ ਚੇਤੇ ਆ। ਤੇ ਉਹ ਕਹਿੰਦੇ, ਦਾਦਾ ਜੀ ਕਹਿੰਦੇ ਸਨ ਕਿ ਇਹਦਾ ਸਹਾਰਾ ਕੌਣ ਬਣੇਗਾ ਗੁਰਮੁਖ ਦਾ, ਇਹ ਤੇ ਵਿਚਾਰਾ ਰੁੱਲ ਜਾਏਗਾ ਮੇਰਾ ਪੁੱਤਰਾ। ਪਰ ਤੁਸੀਂ ਹੁਣ ਅਨੇਕਾਂ ਦਾ ਅੱਗੇ ਸਹਾਰਾ ਬਣਦੇ ਹੋ। ਹਾਂਜੀ, ਇਹ ਮੇਰੇ ਵਾਸਤੇ ਇੱਕ ਮਾਣ ਵਾਲੀ ਗੱਲ ਆ ਤੇ ਖੁਸ਼ੀ ਦੀ ਗੱਲ ਆ ਕਿ ਮੈਂ ਬਰੀ ਤੇ ਸਾਰਾ ਬੱਚਿਆਂ ਵਾਸਤੇ ਇੱਕ ਅਕੈਡਮੀ ਚਲਾ ਰਿਹਾ ਹਾਂ ਤੇ ਉਹਨਾਂ ਦਾ ਸਹਾਰਾ ਬਣ ਰਿਹਾ ਹਾਂ। ਮੇਰੇ ਤੋਂ ਕੋਈ ਵੀ ਬੱਚਾ ਕਿਸੇ ਸਟੇਜ ਦਾ ਆ ਜਾਵੇ, ਮੈਂ ਹਮੇਸ਼ਾ ਉਹਨੂੰ ਜੀ ਆਇਆਂ ਆਖਦਾ। ਵੀਰ ਜੀ, ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਤੁਸੀਂ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦੇ ਨਾਲ ਆਪਣੇ ਦਿਲ ਦੀ ਸਾਂਝ ਪਾਈ ਹੈ। ਹੁਣ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਦਰਸ਼ਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਇੱਕ ਜਿਹੜੇ ਵੀਰ ਨਸ਼ਾ ਕਰਦੇ ਨੇ, ਨਸ਼ਾ ਕਰਕੇ ਆਪਣੀ ਜੀਵਨ ਦੀ ਲੀਲਾ ਨੂੰ ਸਮਾਪਤ ਕਰੀ ਜਾ ਰਹੇ ਨੇ, ਤੇ ਉਹ ਵੀਰਾਂ ਨੂੰ ਬੇਨਤੀ ਹੈ ਕਿ ਇਹੋ ਜਿਹੀ ਦਲਦਲ ਦੇ ਵਿੱਚੋਂ ਨਿਕਲੋ। ਅਤੇ ਦੂਸਰੀ ਗੱਲ ਇਹ, ਉਹਨਾਂ ਨੂੰ ਸੰਦੇਸ਼ਾ ਦੇਣਾ ਚਾਹੁੰਦਾ ਕਿ ਜਿਹੜੇ ਗਰੀਬ ਬੇਸਹਾਰਾ ਬੱਚੇ ਨੇ, ਤੁਸੀਂ ਉਹਨਾਂ ਲੋਕਾਂ ਦੀ ਮਦਦ ਕਰੋ। ਆਪਣੇ ਨੇੜੇ ਨੇੜੇ ਇਲਾਕਿਆਂ ਦੇ ਵਿੱਚ, ਆਪਣੀਆਂ ਗਲੀਆਂ ਦੇ ਵਿੱਚ ਦੇਖੋ ਕਿਹੜਾ ਜ਼ਰੂਰਤਮੰਦ ਬੱਚਾ ਹੈ, ਉਹਦੀ ਫੀਸ ਭਰਨ ਵਾਲੀ ਹੈ, ਜਾਂ ਉਹਨੂੰ ਕੋਈ ਕਿਤਾਬ ਕਾਪੀ ਚਾਹੀਦੀ ਹੈ, ਜਾਂ ਉਹਨੂੰ ਕੋਈ ਯੂਨੀਫਾਰਮ ਚਾਹੀਦੀ ਹੈ। ਆਪਣਾ ਦਸਵੰਧ ਕੇਵਲ ਉਹਨਾਂ ਠੱਗਾਂ ਦੇ ਕੋਲੋਂ ਨਾ ਲੈ ਕੇ ਜਾਓ, ਉਹਨਾਂ ਬੱਚਿਆਂ ਦੇ ਉੱਤੇ ਲਾਓ ਤਾਂ ਜੋ ਤੁਹਾਡਾ ਦਿੱਤਾ ਹੋਇਆ ਦਸਵੰਧ ਸਫਲ ਹੋ ਸਕੇ। ਮੈਂ ਇਹ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ ਉਹਨਾਂ ਬੇਸਹਾਰਾ ਬੱਚਿਆਂ ਦਾ ਇੱਕ ਸਹਾਰਾ ਬਣ ਕੇ ਆਪਣਾ ਦਸਵੰਧ ਉਹਨਾਂ ਤੇ ਲਾਓ ਜੀ। ਵੀਰ ਜੀ, ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਫੇਰ ਧੰਨਵਾਦ ਕਰਦੇ ਹਾਂ। ਤੁਸੀਂ ਬੜੇ ਸੋਹਣੇ ਢੰਗ ਦੇ ਵਿੱਚ, ਮੇਰੇ ਖਿਆਲ ਦੇ ਵਿੱਚ ਜਿਹੜੇ ਲੋਕ ਇਹ ਸੋਚਦੇ ਨੇ ਕਿ ਲੱਤਾਂ ਹੈ ਨਹੀਂ, ਸ਼ਾਇਦ ਅਸੀਂ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦੇ, ਮੇਰਾ ਡ੍ਰੀਮ ਹੈ ਵਿੱਚੇ ਵਿਚਾਲੇ ਰਹਿ ਜਾਏਗਾ, ਮੇਰੀਆਂ ਬਾਹਾਂ ਹੈ ਨਹੀਂ, ਜਾਂ ਮੈਨੂੰ ਰੱਬ ਨੇ ਜ਼ੁਬਾਨ ਨਹੀਂ ਦਿੱਤੀ। ਮੇਰੇ ਖਿਆਲ ਦੇ ਵਿੱਚ ਇਹ ਇੰਟਰਵਿਊ ਉਹਨਾਂ ਲੋਕਾਂ ਦੇ ਲਈ ਇੱਕ ਬੜੀ ਮਿਸਾਲ ਕਾਇਮ ਕਰੇਗੀ, ਉਹਨਾਂ ਲੋਕਾਂ ਦੇ ਦਿਲੋਂ ਦਿਮਾਗ ਦੇ ਵਿੱਚ ਚੀਜ਼ ਬਿਠਾਵੇਗੀ ਕਿ ਦਰਸ਼ਕੋ, ਸਰੀਰਕ ਤੌਰ ਤੇ ਅਪਾਹਜ ਹੋਣਾ ਏਡੀ ਵੱਡੀ ਰੁਕਾਵਟ ਨਹੀਂ ਸਰਦਾਰ ਗੁਰਮੁਖ ਸਿੰਘ ਦੇ ਮੁਤਾਬਕ, ਕਿਉਂਕਿ ਆਪਾਂ ਹੁਣ ਕਾਫੀ ਗੱਲਾਂ ਕੀਤੀਆਂ ਨੇ, ਪਰ ਮਾਨਸਿਕ ਤੌਰ ਤੇ ਅਪਾਹਜ ਹੋਣਾ ਇਹ ਬੜੀ ਵੱਡੀ ਇੱਕ ਰੁਕਾਵਟ ਹੁੰਦੀ ਹੈ। ਉਹ ਕਹਿੰਦੇ ਕਿ ਮੈਂ ਆਪਣੀਆਂ ਲੱਤਾਂ ਕਦੀ ਆਪਣੇ ਤੇ ਹਾਵੀ ਨਹੀਂ ਹੋਣ ਦਿੱਤੀਆਂ, ਮੈਂ ਕਦੀ ਸੋਚਿਆ ਹੀ ਨਹੀਂ, ਲੱਤਾਂ ਵਾਲੇ ਪਾਸੇ ਧਿਆਨ ਹੀ ਨਹੀਂ ਦਿੱਤਾ ਕਿ ਲੱਤਾਂ ਹੈ ਨਹੀਂ, ਸਿਰਫ ਇੱਕ ਜਜ਼ਬਾ ਹੈ ਜਿਹੜਾ ਉਡਾਈ ਫਿਰਦਾ ਹੈ। ਬਸ ਇਹ ਜਜ਼ਬਾ ਆਪਣੇ ਅੰਦਰੋਂ ਕਦੀ ਮਰਨ ਨਾ ਦਿਓ। ਜੇ ਜ਼ਿੰਦਗੀ ਦੇ ਅੰਦਰ ਮੰਜ਼ਿਲ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਇੰਨਾ ਕੁਝ ਕਹਿੰਦਾ ਹੋਇਆ ਤੁਹਾਡੇ ਕੋਲ ਖਿਮਾ ਦਾ ਜਾਚਕੋਨਾਮਾ। ਅਗਲੇ ਹਫ਼ਤੇ ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले